ਦੇਸ਼ ਦੇ ਵਿੱਚ ਪ੍ਰਦੂਸ਼ਣ ਦਾ ਮੁੱਦਾ ਲਗਾਤਾਰ ਗਰਮਾ ਰਿਹਾ। ਖਾਸ ਕਰਕੇ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ, ਕਿਉਂਕਿ ਦਿੱਲੀ ਸਰਕਾਰ ਜਿਹੜੀ ਹੈ, ਕੇਜਰੀਵਾਲ ਸਰਕਾਰ ਹੈ, ਉਹਨੇ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਖਤਮ ਕਰਨ ਵਾਸਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਤੇ ਕੇਂਦਰ ਦੀ ਸਰਕਾਰ ਨੇ ਵੀ ਪੂਰੇ ਦੇਸ਼ ਦੇ ਵਿੱਚ ਜਿਹੜੇ ਸ਼ਹਿਰ ਪੋਲਿਊਟਡ ਨੇ ਉਹਨਾਂ 'ਚ ਪ੍ਰਦੂਸ਼ਣ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਕੋਸ਼ਿਸ਼ ਦੇ ਵਿੱਚ ਇੱਕ ਨਵੀਂ ਐਡੀਸ਼ਨ ਜਿਹੜੀ ਹੋਈ ਹੈ ਉਹ ਹੋਈ ਹੈ ਇਲੈਕਟ੍ਰਿਕ ਵਾਹਨਾਂ ਦੀ। ਕੋਸ਼ਿਸ਼ ਸਰਕਾਰਾਂ ਦੀ ਇਹ ਹੈ ਕਿ ਜ਼ਿਆਦਾਤਰ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਲੋਕ ਇਲੈਕਟ੍ਰਿਕ ਵਾਹਨ ਹੀ ਆਪਣੇ ਘਰਾਂ ਦੇ ਵਿੱਚ, ਇਲੈਕਟ੍ਰਿਕ ਵਹੀਕਲ ਜਿਹੜੇ ਆਪਣੇ ਘਰਾਂ ਦੇ ਵਿੱਚ ਰੱਖਣ। ਦੋਪਹੀਆ ਜਿਹੜੇ ਵਾਹਨ ਹੈ ਉਹਨਾਂ ਦਾ ਤਾਂ ਕਾਫੀ ਜਿਹੜਾ ਪ੍ਰਚਲਨ ਹੈ ਉਹ ਵੱਧ ਗਿਆ ਹੈ, ਲੇਕਿਨ ਚਾਰ ਪਹੀਆ ਤਿਪਹੀਆ ਦੇ ਵਿੱਚ ਹਜੇ ਵੀ ਜਿਹੜੀ ਹੈ ਉਹ ਪਰੰਪਰਿਕ ਜਿਹੜੇ ਪੁਰਾਣੇ ਜਿਹੜੇ ਵਾਹਨ ਹੈਗੇ ਆ ਉਹ ਚੱਲੀ ਜਾ ਰਹੇ ਨੇ। ਤੇ ਇਹਦੇ ਵਾਸਤੇ ਸਰਕਾਰਾਂ ਅੱਗੇ ਕੀ ਕਰ ਰਹੀਆਂ ਨੇ ਔਰ ਸਰਕਾਰ ਇਹਨਾਂ ਨੂੰ ਪ੍ਰਮੋਟ ਵਾਸਤੇ ਕੀ ਕਰ ਰਹੀਆਂ ਨੇ, ਇਹਦੇ ਤੇ ਹੀ ਚਰਚਾ ਕਰਨ ਨੂੰ ਅਸੀਂ ਅੱਜ ਦਾ ਮੁੱਦਾ ਦੇ ਵਿੱਚ ਇਸ ਵਿਸ਼ੇ ਨੂੰ ਸ਼ਾਮਲ ਕੀਤਾ। ਤੇ ਮੇਰੇ ਨਾਲ ਨੇ ਇੰਜੀਨੀਅਰ ਤਰੁਣ ਬਾਂਡਾ ਜੀ, ਤੇ ਇਹ ਦੱਸਣਗੇ ਕਿ ਇਲੈਕਟ੍ਰਿਕ ਵਾਹਕਲ ਬੇਸਿਕਲੀ ਇਹ ਇੰਜੀਨੀਅਰ ਨੇ ਤੇ ਇਹ ਜ਼ਿਆਦਾ ਬੈਟਰ ਦੱਸ ਸਕਦੇ ਨੇ। ਤੇ ਇਹ ਦੱਸਣਗੇ ਕਿ ਇਲੈਕਟ੍ਰਿਕ ਵਹੀਕਲ ਜਿਹੜੀ ਹੈ ਉਹ ਕਿਵੇਂ ਪ੍ਰਮੋਟ ਕੀਤੀ ਜਾ ਸਕਦੀ ਹੈ ਔਰ ਉਹਦਾ ਕਿੰਨਾ ਕੁ ਲਾਭ ਜਿਹੜਾ ਹੈ ਉਹ ਲੋਕਾਂ ਨੂੰ ਵੀ ਹੋ ਸਕਦਾ ਹੈ ਔਰ ਪੋਲਿਊਸ਼ਨ ਨੂੰ ਵੀ ਹੋ ਸਕਦਾ ਹੈ। ਬਾਂਡਾ ਜੀ, ਤੁਹਾਡਾ ਸਵਾਗਤ ਹੈ। ਤੇ ਤੁਸੀਂ ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਆਪਾਂ ਇਹ ਕਰਦੇ ਹਾਂ ਕਿ ਪੋਲਿਊਸ਼ਨ ਲੈਵਲ ਨੂੰ ਘਟਾਉਣ ਵਾਸਤੇ ਕੀ ਇਲੈਕਟ੍ਰੀਕਲ ਵਹੀਕਲ ਹੀ ਕਾਫੀ ਨੇ? ਨਮਸਕਾਰ ਜੀ, ਥੈਂਕ ਯੂ ਵਿਨੇ ਜੀ। ਦੇਖੋ ਜੀ, ਜੇ ਸਰਕਾਰ ਨੇ ਇਲੈਕਟ੍ਰੀਕਲ ਵਹੀਕਲਾਂ ਦੀ ਜੇ ਗੱਲ ਆਖੀ ਹੈ, ਪਹਿਲੀ ਗੱਲ ਤਾਂ ਕਿਉਂਕਿ ਲਾਰਜ ਲੈਵਲ ਤੇ ਭਾਰਤ ਦੀ ਜੋ ਆਟੋ ਮਾਰਕੀਟ ਹੈ ਉਹ ਵਿਸ਼ਵ ਦੀ ਤੀਜੇ ਨੰਬਰ ਦੀ ਸਭ ਤੋਂ ਜ਼ਿਆਦਾ ਵੱਡੀ ਆਟੋ ਮਾਰਕੀਟ ਹੈ, ਜਿੱਥੇ ਕਿਤੇ ਨਾ ਕਿਤੇ 1 ਕਰੋੜ, ਜੇ ਅਸੀਂ ਵਹੀਕਲ ਦੀ ਗੱਲ ਕਰੀਏ, 1 ਕਰੋੜ ਵਹੀਕਲ ਇਲੈਕਟ੍ਰੀਕਲ ਵਹੀਕਲ ਹੈ ਜੋ ਦੁਨੀਆ ਦੇ ਵਿੱਚ ਅੱਜ ਤੁਰਿਆ ਫਿਰਦਾ। ਤੇ ਆਉਣ ਵਾਲੇ ਟਾਈਮ ਦੇ ਵਿੱਚ 2030 ਤੱਕ ਇਹ 14 ਕਰੋੜ ਤੱਕ ਅਸੀਂ ਦੇਖ ਸਕਦੇ ਹਾਂ। ਔਰ ਇਸ ਲਈ ਜੇ ਜ਼ਿਆਦਾ ਸਾਨੂੰ ਪੋਲੂਸ਼ਨ ਹੈ ਜਾਂ ਕਾਰਬਨ ਮੋਨੋਆਕਸਾਈਡ ਜਾਂ ਹੋਰ ਇਹਦਾ ਪੋਲੂਸ਼ਨ ਵਾਲੇ ਜੋ ਕੰਟੈਂਟਸ ਹੈ ਜੋ ਸਾਨੂੰ ਕਿਤੇ ਨਾ ਕਿਤੇ ਜੋ ਆਟੋ ਵਹੀਕਲਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀ, ਇਹਦੀ ਬੈਸਟ ਰੀਪਲੇਸਮੈਂਟ ਹੈ ਜੋ ਅਸੀਂ ਈ ਵਹੀਕਲਾਂ ਨਾਲ ਅਸੀਂ ਕਰ ਸਕਦੇ ਹਾਂ ਵਿਨੇ ਜੀ। ਤੇ ਇਹਦੇ ਲਈ ਇਨੀਸ਼ੀਏਟ ਸਰਕਾਰਾਂ ਵੱਲੋਂ ਲੈ ਲਿਆ ਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ 30% ਜੋ ਵਹੀਕਲ ਨੇ, ਆਲ ਓਵਰ ਵਹੀਕਲ ਨੇ, ਉਹ ਇਲੈਕਟ੍ਰੀਕਲ ਹੋ ਜਾਣਗੇ ਔਰ ਲੋਕਾਂ ਦੀ ਜੋ ਜੇਬ ਤੇ ਭਾਰ ਪੈਂਦਾ ਸੀ ਪੈਟਰੋਲ ਡੀਜ਼ਲ ਦਾ, ਉਹ ਵੀ ਕਿਤੇ ਨਾ ਕਿਤੇ ਘਟਦਾ ਸਾਨੂੰ ਨਜ਼ਰ ਆ ਰਿਹਾ ਹੈ। ਜਿਹੜਾ ਖਾਸ ਕਰ ਦੇਖਿਆ ਗਿਆ ਹੈ ਉਹ ਇਹ ਦੇਖਿਆ ਗਿਆ ਕਿ ਇਨੀਸ਼ੀਅਲ ਸਟੇਜ ਤੇ ਲੋਕੀ ਇੱਕ ਵੱਡੀ ਰਕਮ ਖਰਚ ਕਰਨ ਨੂੰ ਤਿਆਰ ਨਹੀਂ ਹੁੰਦੇ, ਭਾਵੇਂ ਹੌਲੀ ਹੌਲੀ, ਜਿੱਦਾਂ ਪੈਟਰੋਲ ਤੁਸੀਂ ਕਹਿ ਰਹੇ ਹੋ ਕਿ ਪੈਟਰੋਲ ਇਹ ਹੈ ਕਿ ਥੋੜ੍ਹਾ ਕਰਕੇ ਪਵਾਉਣਾ ਪੈਂਦਾ ਹੈ, ਭਾਵੇਂ ਰੋਜ਼ ਬੰਦੇ ਨੂੰ ਪਵਾਉਣਾ ਪੈ ਜਾਵੇ ਲੇਕਿਨ ਥੋੜ੍ਹਾ ਕਰਕੇ ਪਵਾਉਣਾ ਪੈਂਦਾ ਹੈ। ਇਲੈਕਟ੍ਰਿਕ ਵਹੀਕਲਸ ਜਿਹੜੇ ਹੈਗੇ ਨਾ ਉਹ ਇੰਨੀ ਕਿ ਉਹਨਾਂ ਦੀ ਕੀਮਤ ਜ਼ਿਆਦਾ ਹੈ ਕਿ ਬੰਦਾ ਸੋਚਦਾ ਨਹੀਂ ਪੈਟਰੋਲ ਵਹੀਕਲ ਹੀ ਠੀਕ ਹੈ, ਘੱਟੋ ਘੱਟ ਥੋੜ੍ਹੇ ਤੇਲ ਤਾਂ ਪਵਾਉਣਾ ਪੈਂਦਾ। ਤੇ ਇਹ ਤੁਸੀਂ ਦੱਸੋ ਕਿ ਜੇ ਇਲੈਕਟ੍ਰਿਕ ਵਹੀਕਲ ਸਰਕਾਰ ਸਬਸਿਡਾਈਜ਼ ਕਰ ਦੇਵੇ ਜਾਂ ਸਰਕਾਰ ਜਾਂ ਕੰਪਨੀਆਂ ਹੀ ਉਸ ਲੈਵਲ 'ਤੇ ਲੈਣ ਕਿ ਜੇ ਪੈਟਰੋਲ ਵਹੀਕਲ ਜਿੰਨੇ ਦਾ ਮਿਲਦਾ ਉਹਨੇ ਦਾ ਹੀ ਇਲੈਕਟ੍ਰਿਕ ਵਹੀਕਲ ਮਿਲੇ, ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਪ੍ਰਮੋਟ ਕਰਨ ਦੀ ਫਿਰ ਲੋੜ ਨਹੀਂ ਪੈਣੀ। ਦੇਖੋ ਜੀ ਵਿਨੇ ਜੀ, ਇਹਦੇ ਵਿੱਚ ਸਰਕਾਰ ਨੇ ਆਲਰੇਡੀ ਇਨੀਸ਼ੀਏਟ ਲੈ ਲਏ ਗਏ ਨੇ। ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਲੈਕਟ੍ਰੀਕਲ ਵਹੀਕਲ ਸਾਨੂੰ ਸਸਤੇ ਮਿਲ ਜਾਣਗੇ। ਸਰਕਾਰ ਨੂੰ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਤੇ ਨਾ ਕਿਤੇ ਇਲੈਕਟ੍ਰੀਕਲ ਵਾਹਨਾਂ ਦੇ ਵਿੱਚ ਜੋ ਮੈਨੂਫੈਕਚਰਿੰਗ 'ਚ ਪਾਰਟਸ ਯੂਜ਼ ਕਰੇ ਜਾਂਦੇ ਆ ਉਹਦੇ ਵਿੱਚ ਸਿੱਧੀ ਇੰਪੋਰਟ ਡਿਊਟੀ ਘਟਾ ਦਿੱਤੀ ਗਈ ਹੈ। ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਵਪਾਰੀ ਵਰਗ ਨੂੰ ਵੀ ਇਹਦਾ ਫਾਇਦਾ ਲਾਭ ਮਿਲ ਸਕਦਾ ਔਰ ਆਮ ਜਨਤਾ ਲਈ ਆਲਰੇਡੀ ਕਿਤੇ ਨਾ ਕਿਤੇ ਬੈਂਕਿੰਗ ਵੱਲੋਂ EMI ਤੇ ਲਾਭ ਲੈ ਸਕਦੇ ਨੇ। ਕਿਤੇ ਨਾ ਕਿਤੇ ਜੇ ਹੈਵੀ ਇਨਵੈਸਟਮੈਂਟ ਨਹੀਂ ਕਰ ਸਕਦੇ ਉਹਨਾਂ ਨੂੰ ਹਰ ਤਰ੍ਹਾਂ ਦੇ ਜੋ ਸਬਸਿਡੀ ਦਾ ਲਾਭ ਵੀ ਉਹ ਸਰਕਾਰਾਂ ਵੱਲੋਂ ਲੈ ਸਕਦੇ ਨੇ। ਕਿਤੇ ਨਾ ਕਿਤੇ ਸੋਲਰ ਪੈਨਲਾਂ 'ਤੇ ਜੇ ਸਰਕਾਰਾਂ ਸਬਸਿਡੀਆਂ ਦੇ ਰਹੀਆਂ ਨੇ ਕਿਉਂਕਿ ਸਰਕਾਰ ਆਲਰੇਡੀ ਗ੍ਰੀਨ ਐਨਵਾਇਰਨਮੈਂਟ 'ਤੇ ਕੰਮ ਕਰ ਰਹੀ ਹੈ ਤੇ ਉਹਦਾ ਲਾਭ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਲੋਕਾਂ ਨਾਲ ਜੁੜਿਆ ਹੋਇਆ ਔਰ ਇਸ એનર્ਜੀ ਸਸਟੇਨੇਬਿਲਟੀ 'ਤੇ ਉਹ ਕੰਮ ਕਰ ਰਹੇ ਨੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਵੇਖਣ ਨੂੰ ਮਿਲ ਜਾਣਗੇ ਔਰ ਭਾਰਤ ਲਈ ਇੱਕ ਮੁਬਾਰਕ ਦੀ ਬਹੁਤ ਵੱਡੀ ਇੱਕ ਗੱਲ ਹੈ, ਜਿੱਥੇ ਕਿ ਸਾਡੇ ਮਾਈਨਿੰਗ ਮਿਨਿਸਟਰ ਨੇ ਜੋ ਦੱਸਿਆ 59 ਲੱਖ ਟਨ ਹੈ ਜੋ ਕਿਤੇ ਨਾ ਕਿਤੇ ਲੀਥੀਅਮ ਆਇਨ ਹੈ ਜੋ ਬੈਟਰੀਆਂ ਦੇ ਵਿੱਚ ਯੂਜ਼ ਹੁੰਦਾ ਹੈ, ਉਹਦਾ ਭੰਡਾਰ ਹੈ ਸਾਨੂੰ G3 ਲੈਵਲ ਤੇ ਜੰਮੂ ਕਸ਼ਮੀਰ ਯੂਟੀ ਦੇ ਵਿੱਚ ਸਾਨੂੰ ਮਿਲ ਗਿਆ। ਇਹ ਬਹੁਤ ਵੱਡੀ ਇੱਕ ਮੁਬਾਰਕ ਦੀ ਗੱਲ ਹੈ ਕਿਉਂਕਿ ਸਾਡਾ ਭਾਰਤ ਹੈ ਜੋ ਹੁਣ ਤੱਕ ਡਿਪੈਂਡੈਂਟ ਸੀ ਚਾਈਨਾ ਵਰਗੀ, ਹਾਂਗਕਾਂਗ ਵਰਗੀ ਕੰਟਰੀਆਂ 'ਤੇ ਡਿਪੈਂਡੈਂਟ ਸੀ, ਜਿੱਥੇ ਜ਼ਿਆਦਾਤਰ ਲੀਥੀਅਮ ਆਇਨ ਬੈਟਰੀਆਂ ਜਿਹੜੀਆਂ ਉੱਥੋਂ ਇੰਪੋਰਟ ਕਰਾਈਆਂ ਜਾਂਦੀਆਂ ਸੀਗੀਆਂ ਕਿਉਂਕਿ ਇੱਕ ਇਲੈਕਟ੍ਰੀਕਲ ਵਹੀਕਲ 'ਤੇ ਘੱਟੋ ਘੱਟ 8 ਕਿਲੋ ਦਾ ਲੀਥੀਅਮ ਆਇਨ ਹੈ ਜਿਹੜਾ ਉਹਦੇ ਵਿੱਚ ਯੂਜ਼ ਕਰਿਆ ਜਾਂਦਾ ਔਰ
ਭਾਰਤ ਦੀ ਸਭ ਤੋਂ ਵੱਡੀ ਇੱਕ ਡਿਪੈਂਡੈਂਸੀ ਬਣੀ ਹੋਈ ਸੀ ਇਹਨਾਂ ਕੰਟਰੀਆਂ ਦੇ ਵਿੱਚ। ਤੇ ਜਿੱਥੇ ਕਿ ਐਕਸਪੋਰਟ ਦੇ ਮਾਮਲੇ ਦੇ ਵਿੱਚ 1400 ਕਰੋੜ ਟਨ ਦੀ ਅਸੀਂ ਗੱਲ ਕਰੀਏ, ਸਿੱਧਾ ਜਿਹੜਾ ਚਾਈਨਾ ਇੱਥੇ ਐਕਸਪੋਰਟ ਕਰ ਰਿਹਾ ਹੈ, ਔਰ ਇਹਨਾਂ ਕੰਟਰੀਆਂ ਤੋਂ ਔਰ ਚਾਈਨਾ ਨੂੰ ਕਾਊਂਟਰ ਕਰਨ ਦਾ ਇੱਕ ਅਲਟਰਨੇਟ ਤਲਾਸ਼ਿਆ ਸੀ। ਜਿੱਥੇ ਹੁਣ ਤੱਕ ਸਰਕਾਰਾਂ ਨੇ ਬਾਹਰਲੀਆਂ ਕੰਟਰੀਆਂ ਦੇ ਵਿੱਚ, ਜਿੱਥੇ ਚਿਲੀ ਦੇ ਵਿੱਚ ਸਿੱਧਾ 92 ਲੱਖ ਟਨ ਦਾ ਜਿੱਥੇ ਕਿਤੇ ਨਾ ਕਿਤੇ ਭੰਡਾਰ ਹੈ, ਤੇ ਉਹ ਆਪਣਾ ਚਿਲੀ ਅਮਰੀਕਾ ਦੀ ਲੈਟਿਨ ਅਮਰੀਕਾ ਦੀ ਅਸੀਂ ਗੱਲ ਆਖਦੇ ਹਾਂ ਉੱਥੇ, ਤੇ ਬਲੋਵੀਆ ਦੇ ਵਿੱਚ, ਅਰਜਨਟਾਈਨਾ ਦੇ ਵਿੱਚ ਉਹਨਾਂ ਨੇ ਸਿੱਧਾ ਉੱਥੋਂ ਦੀਆਂ ਮਾਈਨਸ ਦੇ ਵਿੱਚ ਹਿੱਸੇਦਾਰੀ ਦਾ ਆਪਣਾ ਦਾਅਵਾ ਵੀ ਕਰਦੇ ਨੇ। ਡਾਟਾ ਰਿਪੋਰਟਸ ਦੇ ਵਿੱਚ ਹਿੱਸੇਦਾਰੀਆਂ ਪਾਈਆਂ ਨੇ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਸਰਕਾਰਾਂ ਨੂੰ ਪਤਾ ਸੀ, ਭਾਰਤ ਸਰਕਾਰ ਨੂੰ ਪਤਾ ਸੀਗਾ ਵੀ ਅਸੀਂ ਜੇ ਪ੍ਰੋਡਕਸ਼ਨ ਨੂੰ ਵਧਾਉਣਾ, ਇਲੈਕਟ੍ਰੀਕਲ ਵਹੀਕਲਾਂ ਨੂੰ ਵਧਾਉਣਾ, ਤਾਂ ਕਿਤੇ ਨਾ ਕਿਤੇ ਲੀਥੀਅਮ ਆਇਨ ਦਾ ਭੰਡਾਰ ਹੈ, ਸਾਨੂੰ ਉਸ ਲੈਵਲ ਦਾ ਸਟਾਕ ਜ਼ਰੂਰੀ ਹੈ। ਤਾਂ ਕਿਤੇ ਨਾ ਕਿਤੇ ਚਾਈਨਾ ਤੇ ਹੀ ਡਿਪੈਂਡੈਂਸੀ ਜਿਹੜੀ ਖਤਮ ਕਰਨ ਲਈ ਉਹਨਾਂ ਨੇ ਇੱਕ ਟ੍ਰਾਈਕੋਨ ਜੋ ਹੈ ਆਪਣਾ ਚਿਲੀ ਦਾ, ਅਰਜਨਟਾਈਨਾ, ਬਲੋਵੀਆ ਦਾ, ਉੱਥੇ ਉਹ ਟ੍ਰਾਈਕੋਨ ਦੇ ਵਿੱਚ ਉਹਨਾਂ ਨੇ ਆਪਣੀਆਂ ਹਿੱਸੇਦਾਰੀਆਂ ਪਾਈਆਂ ਨੇ ਮਾਈਨਿੰਗ ਦੀਆਂ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡੀ ਇਹ G3 ਲੈਵਲ ਤੋਂ 59 ਲੱਖ ਟਨ ਦੀ ਜੋ ਕਿਤੇ ਨਾ ਕਿਤੇ ਭੰਡਾਰ ਹੈ, ਜੇ ਜੰਮੂ ਕਸ਼ਮੀਰ ਦੇ ਵਿੱਚ ਸਾਨੂੰ ਦਿਖਦਾ, ਆਉਣ ਵਾਲੇ ਟਾਈਮ ਦੇ ਵਿੱਚ ਜੇ ਭੰਡਾਰ G3 ਲੈਵਲ ਤੋਂ ਆਪਣੀ ਨੈਕਸਟ ਕਨਫਰਮੇਸ਼ਨ ਦੇ ਦਿੰਦਾ ਤਾਂ ਬਹੁਤ ਵੱਡੀ ਇੱਕ ਰੈਵੋਲੂਸ਼ਨ ਆ ਜਾਣੀ ਆ, ਕਿਉਂਕਿ ਭਾਰਤ ਦਾ ਫੋਰੈਕਸ ਤੇ ਸਿੱਧਾ ਇਹਦਾ ਅਸਰ ਪੈਣਾ, ਕਿਉਂਕਿ ਜ਼ਿਆਦਾ ਸਾਡਾ ਭਾਰਤ ਦਾ ਪੈਸਾ ਕਰੂਡ ਆਇਲ ਖਰੀਦਣ ਦੇ ਵਿੱਚ ਹੀ, ਪੈਟਰੋਲ ਡੀਜ਼ਲ ਖਰੀਦਣ ਦੇ ਵਿੱਚ ਹੀ ਲੱਗ ਜਾਂਦਾ ਸੀ। ਔਰ ਜੇ ਇਹਦੇ ਨਾਲ ਜੇ ਬਚਤ ਹੁੰਦੀ ਹੈ ਤਾਂ ਸਿੱਧੀ ਮਜ਼ਬੂਤੀ ਹਾਸਲ ਹੋਣੀ ਹੈ, ਕਿਉਂਕਿ ਲਿਥੀਅਮ ਆਇਨ ਬੈਟਰੀਆਂ ਸਾਡੇ ਲਈ ਬੈਟਰੀਆਂ ਦੇ ਵੀ ਪ੍ਰਬੰਧ ਕਰ ਰਹੀਆਂ, ਨਾਲ ਜੋ ਪਾਵਰ ਸੈਕਟਰ ਹੈ, ਪਾਵਰ ਸੈਕਟਰ ਦੇ ਵਿੱਚ ਕਿਉਂਕਿ ਬਿਜਲੀ ਦੀ ਇੱਕ ਬਹੁਤ ਵੱਡੀ ਇੱਕ ਫਲਕਚੁਏਸ਼ਨ ਰਹਿੰਦੀ ਹੈ। ਇੱਥੇ ਤੁਸੀਂ ਦੇਖੋਗੇ ਲੋਡ ਹੈ ਜਿਹੜਾ ਸਮਰ ਦੇ ਵਿੱਚ ਬਿਜਲੀ ਦੀ ਖਪਤ ਹੈ, ਤੇ ਵਿੰਟਰ ਸਰਦੀ ਦੇ ਵਿੱਚ ਬਿਜਲੀ ਦੀ ਖਪਤ ਦਾ ਬਹੁਤ ਵੱਡਾ ਇੱਕ ਫਰਕ ਹੁੰਦਾ। ਪਰ ਪਾਵਰ ਹਾਊਸਾਂ ਨੇ ਉਹਨਾਂ ਨੇ ਬਿਜਲੀ ਪ੍ਰੋਡਿਊਸ ਕਰ ਦੇਣੀ ਹੈ, ਪਰ ਉਹਨਾਂ ਨੂੰ ਸਟੋਰ ਕਰਨ ਲਈ ਤਾਂ ਸਾਨੂੰ ਚਾਹੀਦਾ, ਉੱਥੇ ਬੈਟਰੀ ਦੀ ਜ਼ਰੂਰਤ ਪੈਂਦੀ ਹੈ। ਔਰ ਜ਼ਿਆਦਾਤਰ ਇਹਨਾਂ ਨੇ ਗ੍ਰੀਨ এনवायरमेंट ਲਈ ਜੋ ਪਵਨ ਚੱਕੀਆਂ ਦੀ ਗੱਲ ਕਰੀਏ ਜਾਂ ਬਾਰਡਰਸ ਦੀ ਗੱਲ ਕਰੀਏ, ਜੋ ਨੇਚਰਲ ਰਿਸੋਰਸਿਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਇਹਨਾਂ ਨੇ ਕਿਤੇ ਨਾ ਕਿਤੇ ਸੋਲਰ ਪੈਨਲ ਦੀ ਗੱਲ ਕਰੀਏ, ਕਿਉਂਕਿ ਉਹ એનર્ਜੀ ਆ ਜੋ ਸਟੋਰ ਕਰਨ ਲਈ ਸਾਨੂੰ ਬੈਟਰੀ ਦੀ ਜ਼ਰੂਰਤ ਪੈਂਦੀ ਆ। ਔਰ ਲਿਥੀਅਮ ਆਇਨ ਵਰਗੀਆਂ ਜੋ ਬੈਟਰੀਆਂ ਨੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਾਰਗਰ ਸਾਬਿਤ ਹੋ ਰਹੀਆਂ ਨੇ ਪਰਫਾਰਮੈਂਸ ਦੀ, ਔਰ ਲੰਬੇ ਟਾਈਮ ਤੱਕ ਆਪਣੇ ਨੂੰ ਡਿਸਚਾਰਜ ਹੋਣ ਤੋਂ ਰੋਕਣ ਲਈ ਲਿਥੀਅਮ ਆਇਨ ਬੈਟਰੀਆਂ ਹੀ ਚੱਲਦੀਆਂ ਨੇ। ਤੇ ਜੇ ਇਸ ਤਰ੍ਹਾਂ ਦੇ ਜੋ ਰਿਸੋਰਸਿਸ ਨੇ ਸਾਨੂੰ ਮੂਲ ਰੂਪ ਦੇ ਵਿੱਚ ਜੇ ਸਾਨੂੰ ਆਪਣੇ ਹੀ ਖੇਤਰ ਦੇ ਵਿੱਚ ਮਿਲ ਜਾਣ ਤਾਂ ਇਹ ਬਹੁਤ ਵੱਡੀ ਇੱਕ ਉਪਲਬਧੀ ਰੂ ਔਰ ਰੈਵੋਲੂਸ਼ਨ ਆਉਣ ਦੇ ਵਿੱਚ, ਟੈਕਨੋਲੋਜੀ ਨਾਲ ਜੁੜਨ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਬਹੁਤ ਅੱਗੇ ਸਾਨੂੰ ਨਜ਼ਰ ਆ ਸਕਦਾ ਹੈ। ਵਿਨੇ ਜੀ, ਪੰਜਾਬ ਸਰਕਾਰ ਨੇ ਪਿੱਛੇ 5 ਫਰਵਰੀ ਨੂੰ ਇੱਕ ਪਾਲਿਸੀ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਜਾਰੀ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੀ ਹੈ ਸਬਸਿਡਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। 2 ਵੀਲਰ ਤੇ ਪਹਿਲੇ 1 ਲੱਖ ਜਿਹੜੇ ਗਾਹਕ ਹੈਗੇ ਆ ਉਹਨਾਂ ਨੂੰ ਕੁਝ ਜਿਹੜੇ ਆ ਛੂਟ ਦੇਣ ਦੀ ਗੱਲ ਕੀਤੀ ਹੈ, 10,000 ਦੀ ਸ਼ਾਇਦ ਛੂਟ ਦੇਣ ਦੀ ਗੱਲ ਕੀਤੀ ਹੈ। ਫਿਰ 3 ਵੀਲਰ ਜਿਹੜੇ ਹੈਗੇ ਆ ਉਹ ਪਹਿਲੇ ਜਿਹੜੇ 30,000 ਗਾਹਕ ਹੈਗੇ ਆ ਉਹਨਾਂ ਨੂੰ 30,000 ਛੱਡ, 10,000 ਗਾਹਕ ਜਿਹੜੇ ਹੈਗੇ ਉਹਨਾਂ ਨੂੰ 30,000 ਰੁਪਏ ਛੱਡਣ ਦੀ ਗੱਲ ਹੋਈ ਹੈ। 4 ਵੀਲਰ ਨੂੰ ਇੱਦਾਂ ਹੀ ਛੱਡ ਕੇ ਉਹਨਾਂ ਨੇ ਇੱਕ ਪਾਲਿਸੀ ਦਾ ਕਿ ਇਸ ਕਰਕੇ ਕਿ ਲੋਕ ਜ਼ਿਆਦਾ ਇਲੈਕਟ੍ਰਿਕ ਵਹੀਕਲ ਤੇ ਧਿਆਨ ਦੇਣ ਔਰ ਉਧਰਲੇ ਪਾਸੇ ਜਾਣ। ਲੇਕਿਨ ਤੁਸੀਂ ਹਜੇ ਕਿਹਾ ਕਿ ਇੱਕ ਵਹੀਕਲ ਤੇ 8 ਕਿਲੋ ਲੀਥੀਅਮ ਜਿਹੜਾ ਹੈਗਾ ਉਹ ਯੂਜ਼ ਹੁੰਦਾ ਹੈ। ਇਹ ਤੁਸੀਂ 2 ਵੀਲਰ ਦੀ ਗੱਲ ਕਰ ਰਹੇ ਹੋ, 4 ਵੀਲਰ ਦੀ ਜਾਂ ਕਿ ਨਹੀਂ, ਮੈਂ 4 ਵੀਲਰ ਕਾਰ ਦੀ ਗੱਲ ਕਰ ਰਿਹਾ। ਮੈਂ ਘੱਟੋ ਘੱਟ ਜੇ ਟਰਾਈ ਵੀਲਰ ਜਿੱਥੇ ਹੈਵੀ ਡਿਊਟੀ ਅਸੀਂ ਯੂਜ਼ ਕਰਦੇ ਹਾਂ, ਜਿੱਥੇ ਟਰਾਂਸਪੋਰਟ ਲਈ ਅਸੀਂ ਕਮਰਸ਼ੀਅਲੀ ਵੀ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਈ ਵਹੀਕਲਸ ਚੱਲਦੇ ਨੇ, ਆਪਣੇ 3 ਵੀਲਰ ਵੀ ਈ ਵਹੀਕਲਸ ਚੱਲਦੇ ਨੇ, ਜਿੱਥੇ ਅਸੀਂ ਜ਼ਿਆਦਾ ਵਜਨ ਨੂੰ ਕਿਤੇ ਨਾ ਕਿਤੇ ਟਰਾਂਸਪੋਰਟ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਉੱਥੇ ਮੈਂ ਇਹ ਗੱਲ ਕਰਦਾ ਪਿਆ ਸੀਗਾ। ਔਰ ਪੂਰੇ ਵਿਸ਼ਵ ਦੇ ਵਿੱਚ ਕਿਤੇ ਨਾ ਕਿਤੇ 700 ਕਰੋੜ ਹੈ ਜੋ ਲੀਥੀਅਮ ਹੈ ਉਹ ਯੂਜ਼ ਹੋ ਰਿਹਾ, ਵੇਚਿਆ ਜਾਂਦਾ। ਔਰ ਆਉਣ ਵਾਲੇ ਟਾਈਮ ਦੇ ਵਿੱਚ 2030 ਤੱਕ ਇਹ 1500 ਕਰੋੜ ਤੱਕ ਚੱਲ ਜਾਣਾ, ਇੰਨੀ ਜੋ ਖਪਤ ਹੈਗੀ ਆ। ਔਰ ਸਾਡੇ ਲਵੇ ਲੀਥੀਅਮ ਦੇ ਜੇ ਭੰਡਾਰ ਸਾਨੂੰ ਨੈਚੁਰਲ ਰਿਸੋਰਸਿਸ ਦੇ ਵਿੱਚ ਸਾਡੇ ਲਵੇ ਮਿਲ ਰਹੇ ਨੇ ਤਾਂ ਬਹੁਤ ਵੱਡੀ ਇੱਕ ਉਪਲਬਧੀ ਆ। ਹਾਲਾਂਕਿ ਕਰਨਾਟਕ ਦੇ ਵਿੱਚ 1600 ਟਨ ਹੈ ਜੋ ਉਹਦੀ ਕਿਤੇ ਨਾ ਕਿਤੇ ਕਨਫਰਮੇਸ਼ਨਸ ਆਈ ਸੀ, ਲਾਸਟ ਡਾਟਾ ਰਿਪੋਰਟ ਦੇ ਵਿੱਚ ਵੀ ਆਈ ਸੀ, ਸਾਨੂੰ ਲੀਥੀਅਮ ਹੈ ਕਰਨਾਟਕ ਦੇ ਵਿੱਚ ਮਿਲ ਗਿਆ ਸੀ। ਪਰ ਸਾਡਾ ਸਰਕਾਰ ਦਾ ਖਰਚਾ ਇੰਨਾ ਪੈ ਰਿਹਾ ਸੀ ਉਹਨੂੰ ਬਾਹਰ ਕੱਢਣ ਦੇ ਵਿੱਚ, ਮਾਈਨਿੰਗ ਕਰਨ ਦੇ ਵਿੱਚ, ਤਾਂ ਇੰਨੀ ਲਾਇਬਿਲਿਟੀਜ਼ ਜੋ ਉੱਪਰ ਪੈ ਜਾਂਦੀਆਂ ਸੀ। ਫਿਰ ਸਰਕਾਰ ਨੇ ਕਿਤੇ ਨਾ ਕਿਤੇ ਬਾਹਰਲੀਆਂ ਜੋ ਖੱਡਾਂ ਹੈਗੀਆਂ ਨੇ, ਬਾਹਰਲੀ ਜਿੱਥੇ ਪਾਰਟਨਰਸ਼ਿਪ ਇਹਨਾਂ ਨੇ ਪਾਈ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ, ਔਰ ਸਾਊਥ ਅਫਰੀਕਾ ਵਰਗੀਆਂ ਜੋ ਕੰਟਰੀਆਂ ਨੇ ਉਹਨਾਂ ਨੂੰ ਤਾਂ ਭਾਰਤ ਖੁਦ ਅੱਗੇ ਹੋ ਕੇ ਉਹਨਾਂ ਨੂੰ ਰਿਣ ਵੀ ਮੁਹੱਈਆ ਕਰਾ ਰਿਹਾ। ਕਿਤੇ ਨਾ ਕਿਤੇ ਸਾਡੀ ਇਕਨੋਮਿਕਸ ਸਾਡੇ ਬਹੁਤ ਵਧੀਆ ਇੱਕ ਗੇਮ ਹੈ ਉਹਨਾਂ ਨੇ ਪਾਈ ਹੈ। ਇਕਨੋਮਿਕਸ ਨੇ ਸਾਡਾ ਪੈਸਾ ਬਚਾਉਣ ਲਈ ਔਰ ਸਾਡੇ ਰਿਸੋਰਸਿਸ ਨੂੰ ਬਚਾਉਣ ਲਈ ਔਰ ਫਲੋ
ਫਲੋ ਸਟੇਟ ਦੇ ਵਿੱਚ ਆਰਗੇਨਾਈਜ਼ ਕਰਨ ਲਈ ਇਹ ਬਹੁਤ ਵੱਡੀ ਇੱਕ ਡਾਟਾ ਲਿਸਟ ਹੈ ਉਹਨਾਂ ਨੇ ਤਿਆਰ ਕਰ ਰੱਖੀ ਹੈ। ਇਹਦੀ ਤਿਆਰੀ ਪਹਿਲਾਂ ਹੀ ਹੋ ਚੁੱਕੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀਜ਼ ਨੂੰ ਵੀ ਇਹਦਾ ਇੱਕ ਇਲੈਕਟ੍ਰੀਕਲ ਖੇਤਰ ਦੇ ਵਿੱਚ ਬਹੁਤ ਵੱਡਾ ਇੱਕ ਲਾਭ ਹੈ, ਇੱਕ ਪ੍ਰਾਪਤ ਹੋ ਸਕਦਾ ਹੈ। ਔਰ ਸਾਨੂੰ ਇਸ ਤਰ੍ਹਾਂ ਦੀਆਂ ਜੋ ਉਪਲਬਧੀਆਂ ਹੈ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਰੋਜ਼ ਦਿਨਚਰਿਆ ਦੀ ਜੋ ਦਿੱਕਤਾਂ ਪਰੇਸ਼ਾਨੀਆਂ ਨੇ, ਕਿਤੇ ਨਾ ਕਿਤੇ ਜੇਬ ਤੇ ਭਾਰ ਪੈ ਰਿਹਾ ਸੀਗਾ, ਉਹ ਸਿੱਧੇ ਰੂਪ ਦੇ ਵਿੱਚ ਘਟਦਾ ਨਜ਼ਰ ਆ ਰਿਹਾ। ਔਰ ਇਹ ਬਹੁਤ ਵੱਡੀ ਇੱਕ ਸੂਬੇ ਦੀ ਔਰ ਦੇਸ਼ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਵਿਨੇ ਜੀ। ਮੈਂ ਪਿੱਛੇ ਜਦੋਂ ਟੈਸਲਾ ਨੇ ਆਪਣਾ ਯੂਨਿਟ ਭਾਰਤ ਦੇ ਵਿੱਚ ਲਾਉਣ ਦਾ ਐਲਾਨ ਕੀਤਾ, ਉਦੋਂ ਕਾਰ ਜਿਹੜੀ ਇਲੈਕਟ੍ਰਿਕ ਕਾਰਸ ਦੀ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਸਨ, ਉਹਨਾਂ ਦੇ ਵਿੱਚ ਦੇਖਿਆ ਗਿਆ ਸੀਗਾ ਕਿ ਪੂਰਾ ਫਰਸ਼ ਜਿਹੜਾ ਹੈਗਾ, ਪੂਰਾ ਜਿਹੜਾ ਫਰਸ਼ ਹੈਗਾ ਗੱਡੀ ਦਾ ਜਿਹੜਾ ਥੱਲੇ ਵਾਲਾ, ਹਾਂਜੀ, ਉਹਦੇ 'ਚ ਪੂਰੇ 'ਤੇ ਬੈਟਰੀਆਂ ਲੱਗੀਆਂ ਹੋਈਆਂ ਸੀਗੀਆਂ। ਤੁਸੀਂ ਕਹਿ ਰਹੇ ਕਿ 8 ਕਿਲੋ ਹੀ ਲਿਥੀਅਮ ਲੱਗਦਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਪੂਰੇ ਫਰਸ਼ ਦੇ ਵਿੱਚ ਸਿਰਫ 8 ਕਿਲੋ ਲਿਥੀਅਮ ਲੱਗਦਾ ਹੋਣਾ। ਵਿਨੇ ਜੀ ਇਹ ਕੀ ਮੇਰਾ ਮਕਸਦ ਸੀ ਕਹਿਣ ਦਾ, ਘੱਟੋ ਘੱਟ ਸ਼ੁਰੂਆਤੀ ਤੌਰ ਤੇ ਕੋਈ ਵੀ ਇਲੈਕਟ੍ਰੀਕਲ ਵਹੀਕਲ ਦੀ ਜੇ ਅਸੀਂ ਗੱਲ ਕਰੀਏ ਸ਼ੁਰੂਆਤੀ ਤੌਰ ਤੇ ਵੀ ਇਹ 8 ਕਿਲੋ ਦਾ ਚਾਹੀਦਾ ਹੀ ਚਾਹੀਦਾ। ਔਰ ਇਹਦੀ ਕੈਲਕੂਲੇਸ਼ਨ ਹੈ ਜੋ ਅਸੀਂ ਲੱਖਾਂ ਦੇ ਵਿੱਚ ਕਰ ਦਾਂਗੇ ਤਾਂ ਇਹਦੀ ਕਿੰਨੀ ਜ਼ਿਆਦਾ ਖਪਤ ਹੈ, ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਡਿਮਾਂਡ ਹੈ ਜੋ ਦਿਖ ਰਹੀ ਹੈ, ਜੋ ਅਸੀਂ ਡਾਟਾ ਚੱਕਦੇ ਹਾਂ। ਔਰ ਇਹ ਡਾਟਾ ਜੇ ਇਹ ਅਸੀਂ ਦੇਖੀਏ ਤਾਂ ਇਹਦੇ ਲਈ ਚਾਹੀਦਾ ਕਿ ਇਹ ਨੈਚੁਰਲ ਰਿਸੋਰਸ ਲਿਥੀਅਮ ਆਇਨ ਸਾਨੂੰ ਮਿਨਰਲ ਚਾਹੀਦਾ, ਉਹ ਖਣਿਜ ਜੋ ਹੈਗਾ ਜੇ ਸਾਨੂੰ ਮੂਲ ਰੂਪ ਦੇ ਵਿੱਚ ਸਾਡੇ ਖੇਤਰ ਦੇ ਵਿੱਚ ਹੀ ਮਿਲ ਜੂਗਾ ਤਾਂ ਉਹਦੀ ਇੱਕ ਸਟਰਕਚਰ ਤਿਆਰ ਹੋ ਜੂਗਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ ਰੈਲੀਵੈਂਟ ਜੋ ਇੰਡਸਟਰੀਜ਼ ਅਸੀਂ ਖੜੀ ਕਰਾਂਗੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਉਹ ਫਲੋ ਸਟਰਕਚਰ ਚਾਹੀਦਾ ਹੋਊਗਾ। ਔਰ ਜੇ ਸਾਡੇ ਲਈ ਰਾ ਮਟੀਰੀਅਲ ਹੈ ਜੇ ਟਾਈਮ ਨਾਲ ਜੇ ਸਾਨੂੰ ਮਿਲ ਜਾਂਦਾ ਔਰ ਸਰਕਾਰਾਂ ਉਹ 'ਤੇ ਇਨੀਸ਼ੀਏਟ ਲੈਂਦੀਆਂ, ਚਾਹੇ ਉਹਨੂੰ ਸਬਸਿਡਾਈਜ਼ ਕਰਨਾ ਚਾਹੇ ਹੋਰ ਉਹਦੇ ਡਿਊਟੀਜ਼ ਘਟਾਉਣਾ, ਕਿਤੇ ਨਾ ਕਿਤੇ ਫਿਰ ਇਸ ਖੇਤਰ ਦੇ ਵਿੱਚ ਰੈਵੋਲੂਸ਼ਨ ਆ ਸਕਦਾ। ਔਰ ਅਸੀਂ ਗ੍ਰੀਨ ਰੈਵੋਲੂਸ਼ਨ ਦੀ ਜੋ ਗੱਲ ਕਰਦੇ ਹਾਂ ਉਹਦੇ ਵੱਲ ਅੱਗੇ ਵੱਧ ਸਕਦੇ ਹਾਂ। ਬਿਨੇ ਜੀ ਜਿਹੜਾ ਪੰਜਾਬ ਸਰਕਾਰ ਨੇ ਪਾਲਿਸੀ ਜਿਹੜੀ ਜਾਰੀ ਕੀਤੀ ਹੈ 5 ਫਰਵਰੀ ਨੂੰ, ਇਹਦਾ ਕਿੰਨਾ ਕੁ ਅਸਰ ਤੁਸੀਂ ਦੇਖਦੇ ਹੋ ਲੋਕਾਂ 'ਤੇ ਇਲੈਕਟ੍ਰਿਕ ਵਹੀਕਲ ਵੱਲ ਜਾਣ ਲਈ? ਬਿਲਕੁਲ ਜੀ, ਦੇਖੋ ਕੋਈ ਵੀ ਸਟੇਟ ਗੌਰਮੈਂਟ ਹੈ ਜੋ ਪਹਿਲਾਂ ਆਪਣੇ ਉਹ ਦੇਖਦੀ ਹੈ, ਖਰਚੇ ਦੇਖਦੀ ਹੈ ਵੀ ਹਾਂ ਵੀ ਸਾਡੇ ਲਈ ਕਿੰਨੀ ਕੁ ਲਾਇਬਿਲਿਟੀਜ਼ ਹੈ, ਸਾਡੇ ਲੋਕਾਂ ਦੀਆਂ ਮੂਲ ਜ਼ਰੂਰਤਾਂ ਕੀ ਨੇ। ਟਰਾਂਸਪੋਰਟ ਇੱਕ ਸਾਡੀ ਬਹੁਤ ਵੱਡਾ ਇੱਕ ਚੈਲੰਜ ਸੀਗਾ। ਅੱਜ ਸਾਡੇ ਖੇਤਰ ਦੇ ਵਿੱਚ ਰੋਡ ਤਾਂ ਹੋ ਗਈਆਂ ਨੇ ਪਰ ਲੋਕਾਂ ਲਈ ਜੇਬ ਦੇ ਵਿੱਚ ਪੈਸੇ ਨਹੀਂ ਆ ਵੀ ਉਹ ਤੇਲ ਡੀਜ਼ਲ ਮਹਿੰਗਾ, ਇੰਨਾ ਤੇਲ ਡੀਜ਼ਲ ਉਹ ਪਵਾ ਲੈਣ। ਕਿਤੇ ਨਾ ਕਿਤੇ ਉਹਨਾਂ ਦਾ ਜ਼ਿਆਦਾ ਖਰਚਾ ਜੋ ਇਹਨਾਂ ਟਰਾਂਸਪੋਰਟ ਖਰਚਿਆਂ ਦੇ ਵਿੱਚ ਹੀ ਨਿਕਲ ਜਾਂਦਾ ਸੀਗਾ। ਉਹਨਾਂ ਨੂੰ ਆਪਣੀ ਜੋ ਰੋਜ਼ਾਨਾ ਡੋਮੈਸਟਿਕ ਜ਼ਰੂਰਤਾਂ ਦਾ ਇੱਕ ਬਹੁਤ ਵੱਡਾ ਇੱਕ ਚੈਲੰਜ ਬਣਿਆ ਸੀ। ਉਹਦੇ ਵਿੱਚ ਸੂਬਾ ਸਰਕਾਰ ਨੇ ਕਿਤੇ ਨਾ ਕਿਤੇ ਬਿਜਲੀ ਮਾਫ ਕਰਨ ਦੀ ਜੋ ਯੂਨਿਟਾਂ ਦੇ ਰਾਹੀਂ ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਜੇਬਾਂ 'ਤੇ ਜਿਹੜਾ ਭਾਰ ਪੈਂਦਾ ਸੀ ਹਲਕਾ ਹੋਇਆ। ਇਸ ਤਰ੍ਹਾਂ ਜਦੋਂ ਵੀ ਸਰਕਾਰ ਕੋਈ ਨਵੀਂ ਓਪਰਚੁਨਿਟੀ ਲੈ ਕੇ ਆਉਂਦੀ ਹੈ ਕਿਤੇ ਨਾ ਕਿਤੇ ਉਹਦਾ ਮੂਲ ਸਿੱਧਾ ਲਾਭ ਹੈ ਜੋ ਆਮ ਜਨਤਾ ਨੂੰ ਮਿਲਦਾ। ਅਤੇ ਇਲੈਕਟ੍ਰੀਕਲ ਵਹੀਕਲ ਇੱਕ ਲਿਆਉਣਾ ਇੱਕ ਜ਼ਰੂਰਤ ਹੋ ਗਈ ਸੀ। ਇਹਦਾ ਪੂਰਾ ਸਰਵੇ ਹੈ ਜੋ ਸਰਕਾਰ ਲਵੇ ਡਾਟਾ ਰਿਪੋਰਟਸ ਦੇ ਵਿੱਚ ਹੈ, ਉਹਦੀ ਉਹਨਾਂ ਨੇ ਤਿਆਰੀ ਕਰ ਰੱਖੀ ਆ। ਆਉਣ ਵਾਲੇ ਟਾਈਮ ਦੇ ਵਿੱਚ ਪਾਵਰ ਸਟੇਸ਼ਨਸ ਲੱਗਣੇ ਆ, ਇਹਦੇ ਰੈਲੀਵੈਂਟ ਜੋ ਇੰਡਸਟਰੀਜ਼ ਫੈਕਟਰੀਜ਼ ਲੱਗਣੀਆਂ, ਉੱਥੇ ਸਿੱਧਾ ਰੁਜ਼ਗਾਰ ਹੈ ਲੋਕਾਂ ਨੂੰ ਮਿਲਣਾ। ਅਤੇ ਇਹਦੀ ਤਿਆਰੀ ਪਹਿਲਾਂ ਹੀ ਸਰਕਾਰਾਂ ਵੱਲੋਂ ਕਰ ਲਈਆਂ ਗਈਆਂ ਨੇ। ਅਤੇ ਇਹ ਮੂਲ ਰੂਪ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਊਗਾ। ਅਤੇ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਵਿੱਚ ਅਸੀਂ ਦੇਖੀਏ ਜਾਂ ਵਿਸ਼ਵ ਦੇ ਵਿੱਚ ਅਸੀਂ ਸਮਿਥਸ ਹੁੰਦੇ ਨੇ ਜਾਂ ਐਕਸਪੋਜ਼ ਪ੍ਰੋਗਰਾਮਸ ਹੁੰਦੇ ਨੇ, ਉਹਦੇ ਵਿੱਚ ਅਸੀਂ ਟੈਕਨੋਲੋਜੀ ਨਾਲ ਆਪਣੇ ਆਪ ਨੂੰ ਵਿਸ਼ਵ ਸਤਰ 'ਤੇ ਅੱਗੇ ਖੜਾ ਕਰ ਸਕਦੇ ਹਾਂ। ਵਿਨੇ ਜੀ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਪੋਲਿਊਟਡ ਸ਼ਹਿਰ ਮੰਨੇ ਜਾਂਦੇ ਨੇ, ਜਿੱਦਾਂ ਦਿੱਲੀ ਹੋ ਗਿਆ, ਲੁਧਿਆਣਾ, ਪੰਜਾਬ ਦਾ ਲੁਧਿਆਣਾ ਸ਼ਹਿਰ ਹੋ ਗਿਆ, ਉੱਧਰਲੇ ਪਾਸੇ ਜਾਓ ਤਾਂ ਦਿੱਲੀ ਹੋ ਗਿਆ, ਜੇ ਯੂਪੀ ਵੱਲ ਜਾਓ ਤਾਂ ਕਾਨਪੁਰ ਹੋ ਗਿਆ, ਗਾਜ਼ੀਆਬਾਦ ਹੋ ਗਿਆ, ਅਤੇ ਹੋ ਗਿਆ ਕੀ ਨਾ ਨੋਇਡਾ ਹੋ ਗਿਆ। ਠੀਕ ਹੈ ਜੀ, ਇਹ ਸਾਰੇ ਸ਼ਹਿਰ ਜਿਹੜੇ ਆ ਬਹੁਤ ਪੋਲਿਊਟਡ ਹੋ ਚੁੱਕੇ ਨੇ ਵਾਹਨਾਂ ਕਰਕੇ। ਅਤੇ ਸਰਕਾਰਾਂ ਨੂੰ ਬਜਾਏ ਕਿ ਸਟੇਟ ਲੈਵਲ 'ਤੇ ਸਬਸਿਡੀ ਪਾਲਿਸੀ ਜਾਰੀ ਕਰਨ ਦੀ ਬਜਾਏ ਇੱਕ ਸੈਂਟਰ ਸਰਕਾਰ ਨੂੰ ਸਬਸਿਡੀ ਪਾਲਿਸੀ ਜਾਰੀ ਕਰਨੀ ਚਾਹੀਦੀ, ਤਾਂ ਕਿ ਕਿਉਂਕਿ ਦੇਖਿਆ ਇਹ ਗਿਆ ਕਿ 2 ਵੀਲਰ ਜਿਹੜੇ ਜਿਹਨੂੰ ਆਪਾਂ ਅੱਜ ਕੱਲ੍ਹ ਸਕੂਟੀ ਕਹਿ ਦਿੰਦੇ ਹਾਂ, ਹਾਂਜੀ ਹਾਂ, ਠੀਕ ਹੈ, ਉਹ ਸਕੂਟੀ ਜਿਹੜੀ ਪਹਿਲਾਂ ਮਿਲ ਰਹੀਆਂ ਬਾਜ਼ਾਰ ਦੇ ਵਿੱਚ, ਜਿਹੜੀਆਂ ਪੈਟਰੋਲ ਸਕੂਟੀਆਂ ਜਿਹੜੀਆਂ ਪੈਟਰੋਲ ਦੇ ਵਿੱਚ ਪੈਟਰੋਲ 'ਚ ਅਵੇਲੇਬਲ ਨੇ ਜਿਹੜੀਆਂ ਮਾਰਕੀਟ ਦੇ ਵਿੱਚ, ਉਹਦੇ ਮੁਕਾਬਲੇ ਇਲੈਕਟ੍ਰਿਕ ਤੁਸੀਂ ਸਕੂਟੀ ਲੈਣ ਜਾਓ ਤਾਂ ਤਕਰੀਬਨ 50 ਤੋਂ 60 ਹਜ਼ਾਰ ਰੁਪਏ ਦਾ ਫਰਕ ਹੈ। ਬਹੁਤ ਜ਼ਿਆਦਾ ਹੁੰਦਾ, 50 ਤੋਂ 60 ਹਜ਼ਾਰ। ਕਿਤੇ ਇੱਕ ਟਾਈਮ ਸੀਗਾ, ਹੁਣ ਤੋਂ ਕੁਝ ਦੇਰ ਪਹਿਲਾਂ ਹੀ 4-5 ਸਾਲ ਪਹਿਲਾਂ ਹੀ 50-60 ਹਜ਼ਾਰ ਦੀ ਪੈਟਰੋਲ ਵਾਲੀ ਸਕੂਟੀ ਆ ਜਾਂਦੀ ਹੁੰਦੀ। ਚਲੋ ਹੁਣ ਉਹ ਵੀ ਥੋੜੀ ਜਿਹੀ ਮਹਿੰਗੀ ਹੋਈ ਹੈ, ਲੇਕਿਨ ਇਲੈਕਟ੍ਰਿਕ ਵਹੀਕਲ ਜਿਹੜੇ ਹੈਗੇ ਉਹਦੇ ਮੁਕਾਬਲੇ 2 ਵੀਲਰ ਇਲੈਕਟ੍ਰਿਕ ਹੈਗੇ ਜਿਹੜੇ ਉਹ ਬਹੁਤ ਮਹਿੰਗੇ ਨੇ। ਅਤੇ ਸਰਕਾਰ ਨੂੰ ਇੰਨੀ ਕੁ ਸਬਸਿਡੀ, ਜਿੱਦਾਂ ਹੁਣ ਮਾਨ ਸਰਕਾਰ ਨੇ ਜਿਹੜੀ ਛੱਡੀ ਹੈ ਕਿ ਪਹਿਲੇ 1 ਲੱਖ ਜਿਹੜੇ ਕਸਟਮਰ ਹੈਗੇ ਆ ਉਹਨਾਂ ਨੂੰ ਅਸੀਂ 10,000 ਜਿਹੜਾ
ਉਹ ਛੂਟ ਦੇਵਾਂਗੇ ਖਰੀਦ ਤੇ। 10,000 ਜਿਹੜਾ ਬੰਦਾ 60,000 ਰੁਪਏ ਮਹਿੰਗੀ ਚੀਜ਼ ਖਰੀਦ ਰਿਹਾ ਉਹ 'ਚ 10,000 ਰੁਪਏ ਜੇ ਛੱਡਿਆ ਵੀ ਜਾ ਰਿਹਾ ਤੇ ਤੁਹਾਨੂੰ ਕੀ ਲੱਗਦਾ ਕਿ ਲੋਕੀ ਉਧਰ ਨੂੰ ਜਾਣਗੇ? ਬਿਲਕੁਲ ਜੀ ਬੀਣੀ ਜੀ, ਅਸੀਂ ਡੇਲੀ ਦਾ ਇਹਦੇ ਵਿੱਚ ਕੀ ਹੈ, ਇਕਨੋਮਿਸਟ ਸਾਡੇ ਰਿਪੋਰਟਸ ਦੇ ਰਾਹੀਂ ਦੱਸਦੇ ਆ, ਇਹਦੇ ਵਿੱਚ ਫਾਈਨੈਂਸ ਐਕਸਪਰਟੀ ਹੈ, ਜੋ ਮਨੀ ਨੌਲੇਜ ਹੈ, ਜੋ ਉਹ ਗੇਨ ਕਰਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਲੋਕਾਂ ਨੂੰ ਇਹਦੇ ਵਿੱਚ EMI ਦੀ ਆਪਸ਼ਨਸ ਮਿਲਦੀਆਂ ਨੇ। ਜੇ ਅਸੀਂ ਈ ਰਿਕਸ਼ਾ ਦੀ ਗੱਲ ਕਰੀਏ, ਅੱਜ ਟਰਾਂਸਪੋਰਟ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਕਰਿਆ ਜਾਂਦਾ 1.25 ਲੱਖ ਦਾ ਜੋ ਈ ਰਿਕਸ਼ਾ ਜੋ ਹੈਗਾ, ਉਹ ਬੰਦੇ ਨੇ ਕਸਟਮਰ ਨੇ ਕਿਤੇ ਨਾ ਕਿਤੇ ਉਹ ਈ ਰਿਕਸ਼ਾ ਦੇ ਵਿੱਚ ਆਪਣੀਆਂ ਕਿਸ਼ਤਾਂ ਵੀ ਕੱਢਣੀਆਂ ਨੇ, ਤੇ ਜੋ 3-4 ਹਜ਼ਾਰ ਦੀ ਜੋ ਕਿਸ਼ਤ ਆ ਉਹ ਵੀ ਉਹ ਕੱਢ ਲੈਂਦਾ, ਔਰ 3-4 ਹਜ਼ਾਰ ਜੋ ਉੱਤੇ ਉਹ ਕਮਾਈ ਵੀ ਕਰ ਲੈਂਦਾ। ਕਿਤੇ ਨਾ ਕਿਤੇ ਉਹ ਬੈਲੈਂਸਿੰਗ ਹੋ ਜਾਂਦੀ ਆ, ਸਾਲ 2-3 ਸਾਲ ਦੇ ਵਿੱਚ ਉਹਦੇ ਲਈ ਉਹ ਈ ਰਿਕਸ਼ਾ ਫ੍ਰੀ ਹੋ ਜੂਗੀ। ਕਿਤੇ ਨਾ ਕਿਤੇ ਇਹ ਆਪਸ਼ਨਸ ਤਲਾਸ਼ਣੀਆਂ ਪੈਂਦੀਆਂ ਨੇ ਸਾਨੂੰ। ਅਸੀਂ ਜੋ ਉਹ ਕਮਰਸ਼ੀਅਲ ਈ ਵਹੀਕਲ ਦੀ ਗੱਲ ਕਰਦੇ ਸੀ, ਅਸੀਂ ਹੁਣ ਡੋਮੈਸਟਿਕ 2 ਵੀਲਰ ਦੀ ਜੋ ਤੁਸੀਂ ਗੱਲ ਆਖਦੇ ਹੋ, ਡੋਮੈਸਟਿਕ 2 ਵੀਲਰ ਲਈ ਹਲੇ ਪ੍ਰਮੋਟ ਹੋ ਰਹੀਆਂ ਨੇ, ਇੰਡਸਟਰੀਜ਼ ਨਵੀਆਂ ਲੱਗੀਆਂ ਨੇ, ਕਿਉਂਕਿ ਰੈਵੋਲੂਸ਼ਨਸ ਆਈਆਂ ਨੇ। ਕੋਈ ਵੀ ਮੈਗਾ ਮਾਸ ਪ੍ਰੋਡਕਸ਼ਨਸ ਜਦੋਂ ਹੁੰਦੀਆਂ ਨੇ, ਜਦੋਂ ਰੀਪਲੇਸਮੈਂਟ ਹੁੰਦੀ ਹੈ, ਕੋਈ ਡਿਸਟਰਪਸ਼ਨਸ ਆਉਂਦੀਆਂ, ਟੈਕਨੋਲੋਜੀ ਨਵੀਂ ਆਈ ਹੈ ਤਾਂ ਟਾਈਮ ਤਾਂ ਲੱਗਣਾ ਹੀ ਹੈ। ਸਰਕਾਰਾਂ ਵੱਲੋਂ ਜੋ ਕੇਂਦਰ ਦੀ ਗੱਲ ਕਰਦੇ ਹੋ, ਕੇਂਦਰ ਨੇ ਡਿਊਟੀਜ਼ ਘਟਾਈਆਂ, ਉਹਨੇ ਆਪਣਾ ਰੋਲ ਅਦਾ ਕਰਿਆ, ਔਰ ਸਟੇਟ ਗੌਰਮੈਂਟ ਵੱਲੋਂ ਵੀ ਇਹਦੇ ਇਨੀਸ਼ੀਏਟ ਲਏ ਜਾ ਰਹੇ ਨੇ। ਆਏ ਦਿਨ ਸਪੋਰਟਿੰਗ ਸਟਰਕਚਰ ਤਿਆਰ ਕਰਿਆ ਗਿਆ ਵੀ ਤਾਂ ਕਿ ਇਲੈਕਟ੍ਰੀਕਲ ਵਹੀਕਲ ਨੂੰ ਔਰ ਉਹਦੇ ਰੈਲੀਵੈਂਟ ਜੋ ਇੰਡਸਟਰੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਿਆ ਜਾਵੇ, ਔਰ ਲੋਕਲ ਸੂਬੇ ਦੇ ਲੋਕਾਂ ਨੂੰ ਉਹਦਾ ਰੁਜ਼ਗਾਰ ਵੀ ਪ੍ਰਾਪਤ ਹੋਵੇ। ਸਰਕਾਰ ਨੇ, ਪੰਜਾਬ ਸਰਕਾਰ ਨੇ ਖਾਸ ਕਰਕੇ ਰਜਿਸਟ੍ਰੇਸ਼ਨ ਅਤੇ ਰੋਡ ਟੈਕਸ ਵੀ ਮਾਫ ਕਰਨਾ ਉਹਦੇ 'ਚ ਸ਼ਾਮਲ ਕੀਤਾ। ਜਿਹੜੀ ਨਵੀਂ ਪਾਲਿਸੀ ਇਲੈਕਟ੍ਰਿਕ ਵਹੀਕਲ ਨੂੰ ਲੈ ਕੇ ਆ, ਉਹ 'ਚ ਰੋਡ ਟੈਕਸ ਤੇ ਰਜਿਸਟ੍ਰੇਸ਼ਨ ਜਿਹੜੀ ਉਹਦੀ ਆ ਉਹ ਵੀ ਮਾਫ ਕਰਨ ਦੀ ਗੱਲ ਕਹੀ ਹੈ। ਔਰ ਪੰਜਾਬ ਸਰਕਾਰ ਨੇ ਬਾਕਾਇਦਾ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਬਠਿੰਡਾ, ਇਹ 5 ਸ਼ਹਿਰਾਂ ਦਾ ਜ਼ਿਕਰ ਵੀ, ਕਿਉਂਕਿ ਪੰਜਾਬ ਦੇ ਇਹੀ ਸ਼ਹਿਰ ਵੱਡੇ ਨੇ ਜਿੱਥੇ ਬਹੁਤ ਜ਼ਿਆਦਾ ਵਹੀਕਲਸ ਨੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ 50% ਲੋਕ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਇਲੈਕਟ੍ਰਿਕ ਵਹੀਕਲ ਵੱਲ ਚਲੇ ਜਾਂਦੇ ਨੇ ਤਾਂ ਕਾਫੀ ਹੱਦ ਤੱਕ ਸਰਕਾਰ ਆਪਣੇ ਪੋਲਿਊਸ਼ਨ ਘਟਾਉਣ ਦੇ ਜਿਹੜੀ ਪਾਲਿਸੀ ਨੂੰ ਕਾਮਯਾਬ ਸਮਝੇਗੀ। ਤੁਸੀਂ ਇਹਦੇ ਤੇ ਆਪਣੀ ਰਾਏ ਦਿਓ, ਕਿਉਂਕਿ ਤੁਸੀਂ ਇੰਜੀਨੀਅਰ ਹੈਗੇ ਹੋ, ਤੁਸੀਂ ਆਪਣੀ ਰਾਏ ਦਿਓ ਕਿ ਇਹ ਕੀ 50% ਜੇ ਵਾਕਈ ਲੋਕੀ ਇਸ ਇਲੈਕਟ੍ਰਿਕ ਵਹੀਕਲ ਵੱਲ ਆ ਜਾਂਦੇ ਨੇ ਤੇ ਜੋ ਪੋਲਿਊਸ਼ਨ ਦਾ ਫਿਲਹਾਲ ਇਹਨਾਂ ਸ਼ਹਿਰਾਂ ਦੇ ਵਿੱਚ ਲੈਵਲ ਹੈਗਾ, ਜਿਹੜਾ ਹੈ ਨਾ ਇੰਡੈਕਸ ਹੈਗਾ ਜਿਹੜਾ, ਤੇ ਉਹ ਨੋਰਮਲ ਹੋ ਜਾਏਗਾ ਜਾਂ ਕੁਝ ਘਟੇਗਾ? ਦੇਖੋ ਜੀ, ਅੱਜ ਟੈਕਨੋਲੋਜੀ ਯੁੱਗ ਦੇ ਵਿੱਚ ਜੇ ਅਸੀਂ ਗੱਲ ਕਹੀਏ, ਸਰਕਾਰ ਨੇ ਜੋ ਮੈਟਰੋ ਸਿਟੀਜ਼ ਤੁਸੀਂ ਦੱਸਦੇ ਹੋ, ਮੈਟਰੋ ਸਿਟੀਜ਼ ਚੁਣੀਆਂ ਨੇ ਜਿੱਥੇ ਆਲਰੇਡੀ ਟ੍ਰੈਫਿਕ ਦੀ ਸਭ ਤੋਂ ਵੱਡੀ ਇੱਕ ਦਿੱਕਤ ਰਹਿੰਦੀ ਹੈ, ਜਿੱਥੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਸਾਨੂੰ ਪੋਲੂਸ਼ਨ ਵੀ ਜ਼ਿਆਦਾ ਦੇਖਣ ਨੂੰ ਮਿਲਦਾ, ਇੰਡੈਕਸ ਦੇ ਵਿੱਚ ਸਾਨੂੰ ਉਹ ਕਿਤੇ ਨਾ ਕਿਤੇ ਰਿਫਲੈਕਟ ਹੁੰਦਾ। ਤੇ ਜੇ ਸਰਕਾਰ ਵੱਲੋਂ ਜੇ ਇਸ ਤਰ੍ਹਾਂ ਦੀ ਇਨੀਸ਼ੀਏਟ ਲੈ ਲਈ ਗਈ ਹੈ, ਜਿੱਥੇ ਜ਼ਿਆਦਾ ਵਹੀਕਲਸ ਨੇ, ਜੇ ਉਹ ਕਿਤੇ ਨਾ ਕਿਤੇ ਰੀਪਲੇਸ ਹੋ ਜਾਂਦੇ ਨੇ ਈ ਵਹੀਕਲਾਂ ਦੇ ਵਿੱਚ, ਔਰ ਟਰਾਂਸਪੋਰਟ ਦੇ ਵਿੱਚ ਸਾਨੂੰ ਇਹ ਬਹੁਤ ਵੱਡੀ ਇੱਕ ਕਿਤੇ ਨਾ ਕਿਤੇ ਡਾਟਾ ਜੋ ਹੈ ਪੋਲੂਸ਼ਨ ਦਾ ਘਟਦਾ ਨਜ਼ਰ ਆਉਣਾ, ਤੇ ਉਹ ਲੋਕਾਂ ਨੂੰ ਵੀ ਇਹਦਾ ਸਿੱਧੇ ਰੂਪ ਦੇ ਵਿੱਚ ਫਾਇਦਾ ਹੋ ਜਾਣਾ। ਔਰ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇ ਅਸੀਂ ਗੱਲ ਆਖੀਏ, ਹਾਲੇ ਮੈਟਰੋ ਸਿਟੀ ਦੇ ਵਿੱਚ ਇਹ ਚੀਜ਼ਾਂ ਟ੍ਰਾਇਲਾਂ 'ਤੇ ਜੇ ਚੱਲ ਰਹੀਆਂ, ਨੈਕਸਟ ਲੈਵਲ 'ਤੇ ਆਉਣ ਵਾਲੇ ਟਾਈਮ ਤੱਕ ਤਾਂ ਜੋ ਪੋਲੂਸ਼ਨ ਲਈ ਇੱਕ ਹੋਰ ਨਵੇਂ ਅਲਟਰਨੇਟਸ ਆ ਜਾਣਗੇ, ਜਿੱਥੇ ਆਇਰਨ ਏਅਰ ਬੈਟਰੀਆਂ ਤੱਕ ਕਿਤੇ ਨਾ ਕਿਤੇ ਜਿੱਥੇ ਰਿਸਰਚ ਚੱਲ ਰਹੀ ਆ ਉਹਨਾਂ ਨੇ ਰੀਪਲੇਸ ਕਰ ਦੇਣਾ। ਆਇਰਨ ਏਅਰ ਬੈਟਰੀ ਜੋ ਹੈ ਉਹ ਇਦੋਂ ਵੀ ਘੱਟ ਹੈ, ਜੋ ਕਿਤੇ ਨਾ ਕਿਤੇ ਕਾਰਬਨ ਹੈ ਜੋ ਇਦੋਂ ਵੀ ਘੱਟ ਸਾਨੂੰ ਪੋਲੂਸ਼ਨ ਦੇ ਵਿੱਚ ਨਜ਼ਰ ਆਉਂਦਾ। ਉਹ ਤਾਂ ਪੋਲੂਸ਼ਨ ਫ੍ਰੀ ਹੀ ਆਖਿਆ ਜਾਂਦਾ ਆਇਰਨ ਏਅਰ ਬੈਟਰੀਆਂ ਨੂੰ। ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਸਾਇੰਟਿਸਟਾਂ ਨੇ ਆਪਣੀ ਰਿਸਰਚ ਜਾਰੀ ਰੱਖੀ, ਇੱਕ ਫਨੋਮੀਨਾ ਕ੍ਰੀਏਟ ਕਰ ਰੱਖਿਆ ਉਹਨਾਂ ਨੇ। ਜਦੋਂ ਵਹੀਕਲਸ ਸਾਡੇ ਤਿਆਰ ਹੋ ਗਏ, ਸਾਡੇ ਪਾਵਰ ਸਟੇਸ਼ਨ ਤਿਆਰ ਹੋ ਗਏ, ਤੁਸੀਂ ਟੈਕਨੋਲੋਜੀ ਨੂੰ ਇਵੋਲਵ ਕਰਨਾ। ਟੈਕਨੋਲੋਜੀ ਉਹ ਤੇ ਰੈਡੀ ਹੋ ਗਈ ਆ, ਕਿਉਂਕਿ ਇੱਕ ਸਟਰਕਚਰ ਤਿਆਰ ਹੋ ਗਿਆ, ਟੈਕਨੋਲੋਜੀ ਨੇ ਆਉਣਾ, ਆਪਣਾ ਉਹ 'ਤੇ ਨਵੀਆਂ ਖੋਜਾਂ ਕਰਨੀਆਂ, ਔਰ ਮੂਲ ਜੋ ਰੇਟ ਹੈ, ਲਾਇਬਿਲਿਟੀ ਹੈ, ਉਹ ਘਟਾਉਣੀਆਂ ਨੇ। ਤੇ ਆਇਰਨ ਏਅਰ ਬੈਟਰੀ ਇਹਦੇ ਵਿੱਚ ਆਪਣਾ ਵੱਡਾ ਰੋਲ ਅਦਾ ਕਰ ਸਕਦੀ ਹੈ, ਕਿਉਂਕਿ ਉਹਦੀ ਫਾਰਮੇਸ਼ਨ ਹੋ ਜਾਣੀ ਹੈ। ਕੋਈ ਚੀਜ਼ ਜਿਹੜੀ ਸਾਨੂੰ ਨੈਚੁਰਲ ਪਈ ਹੈ, ਜਿਹੜੀ ਲੋਹੇ ਨੂੰ ਜੰਗ ਲੱਗਣ ਲਈ ਸਾਨੂੰ ਕੁਝ ਕਰਨਾ ਪੈਂਦਾ, ਰਸਟ ਹੈ ਜੋ, ਉਹਦੇ ਵਿੱਚ ਸਾਨੂੰ ਕੁਛ ਨਹੀਂ ਕਰਨਾ ਪੈਂਦਾ, ਉਹਨੇ ਆਟੋਮੈਟਿਕਲੀ ਰਸਟ ਨੇ ਫੜਨਾ। ਸਾਇੰਸ ਦੀ ਟੈਕਨੋਲੋਜੀ ਆ, ਫਾਰਮੇਸ਼ਨ ਹੋਣੀ ਹੈ, ਆਕਸੀਡੇਸ਼ਨ ਹੋਣੀ ਹੈ, ਉਹ 'ਤੇ ਆਕਸੀਜਨ ਦੇ ਸੰਪਰਕ 'ਚ ਆਉਣਾ, ਤੇ ਉਹ ਚੀਜ਼ਾਂ ਚੱਲ ਪਣੀਆਂ। ਜੇ ਉਹ 'ਤੇ ਅਸੀਂ ਲੀਥੀਅਮ ਆਇਰਨ ਦੀ ਗੱਲ, ਅਸੀਂ ਆਇਰਨ ਏਅਰ ਬੈਟਰੀ ਬਣਾ ਦਈਏ, ਲੀਥੀਅਮ ਤੋਂ ਵੀ ਨੈਕਸਟ ਲੈਵਲ ਦੇ ਆਇਰਨ ਏਅਰ ਬੈਟਰੀ ਬਣਾਉਂਦੇ ਹਾਂ, ਔਰ ਇੱਥੇ ਆਲਰੇਡੀ ਟ੍ਰਾਇਲ ਪਾਸ ਵੀ ਹੋਏ ਨੇ, ਤੇ ਨੈਕਸਟ ਲੈਵਲ ਤੱਕ ਜੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਸੂਟ ਕਰਦੇ ਨੇ, ਉਹ ਟੈਕਨੋਲੋਜੀ ਅਡੋਪਟ ਹੋ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਫਿਰ ਇਹ ਪੋਲੂਸ਼ਨ ਦੀ ਸਾਡਾ ਚੈਲੰਜ ਆਇਆ ਹੋਇਆ ਸੀਗਾ, ਉਹ ਟੈਕਨੋਲੋਜੀ ਨੇ ਬਿਲਕੁਲ ਹੀ ਕਿਤੇ ਨਾ ਕਿਤੇ ਉਹਦਾ ਡਾਟਾ ਇੰਡੈਕਸ ਹੈ ਬਿਲਕੁਲ ਥੱਲੇ ਲੈ ਆਉਣਾ। ਵਿਨੇ ਜੀ,
ਗੱਲ ਹੋਈ ਸੀ ਚਾਰਜਿੰਗ ਸਟੇਸ਼ਨਾਂ ਦੀ। ਉਹ ਪੰਜਾਬ ਸਰਕਾਰ ਨੇ ਵੀ ਕਿਹਾ ਤੇ ਸੈਂਟਰ ਗਵਰਨਮੈਂਟ ਨੇ ਵੀ ਕਿਹਾ ਕਿ ਅਸੀਂ ਵੱਧ ਤੋਂ ਵੱਧ ਚਾਰਜਿੰਗ ਸਟੇਸ਼ਨਸ ਜਿਹੜੇ ਹੈਗੇ ਆ ਉਹ ਸਥਾਪਿਤ ਕਰਾਂਗੇ ਤਾਂ ਕਿ ਜਿਹੜੇ ਇਲੈਕਟ੍ਰਿਕ ਵਹੀਕਲਸ ਵੱਲ ਲੋਕ ਵੱਧ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ। ਇਹਦੇ 'ਚ ਇੱਕ ਪ੍ਰੋਬਲਮ ਹੈਗੀ ਹੈ ਜਿਹੜਾ ਤੁਸੀਂ ਜ਼ਿਆਦਾ ਬੈਟਰ ਦੱਸ ਸਕਦੇ ਹੋ, ਕਿਉਂਕਿ ਜਦੋਂ ਪੈਟਰੋਲ ਵਹੀਕਲ ਨੇ, ਪੈਟਰੋਲ ਜਾਂ ਡੀਜ਼ਲ ਵਹੀਕਲ ਨੇ, ਉਹ ਅਸੀਂ ਪੈਟਰੋਲ ਪੰਪ ਤੇ ਲੈ ਕੇ ਜਾਂਦੇ ਹਾਂ ਤੇ ਜੇ ਤੁਸੀਂ ਪੂਰੀ ਟੈਂਕੀ ਵੀ ਫੁੱਲ ਕਰਾਣੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ 10 ਜਾਂ 15 ਮਿੰਟ ਤੋਂ 10 ਮਿੰਟ ਤੋਂ ਵੱਧ ਲੱਗਦੇ ਹੋਣਗੇ। ਲੇਕਿਨ ਚਾਰਜਿੰਗ ਵਹੀਕਲਸ ਜਿਹੜੇ ਹੈਗੇ, ਜਦੋਂ ਤੁਸੀਂ ਚਾਰਜਿੰਗ ਤੇ ਲਾਉਂਦੇ ਹੋ ਵਹੀਕਲ, ਤੇ ਹਜੇ ਜਿਹੜਾ ਉਹ ਟਾਈਮ ਪੀਰੀਅਡ ਹੈ ਉਹ ਬਹੁਤ ਜ਼ਿਆਦਾ ਹੈ ਕਿ ਮੰਨ ਲਓ ਕਿਸੇ ਨੂੰ 10 ਘੰਟੇ ਲੱਗ ਰਹੇ ਚਾਰਜ ਹੋਣ ਨੂੰ, ਕਿਸੇ ਨੂੰ 12 ਘੰਟੇ ਲੱਗ ਰਹੇ ਆ, ਕਿਸੇ ਨੂੰ ਜੇ ਬਹੁਤ ਘੱਟ ਸਮਾਂ ਵੀ ਹੈ ਤਾਂ 5 ਜਾਂ 6 ਘੰਟੇ ਲੱਗ ਰਹੇ ਆ। ਤੇ ਇਸ ਹਿਸਾਬ ਨਾਲ ਚਾਰਜਿੰਗ ਸਟੇਸ਼ਨ ਤਾਂ ਬਹੁਤ ਜ਼ਿਆਦਾ ਸਪੇਸੇਬਲ ਹੋਣੇ ਚਾਹੀਦੇ ਹੈ, ਕਿਉਂਕਿ ਜੇ ਗੱਡੀ ਕੋਈ ਲੱਗ ਗਈ ਹੈ ਇੱਕ, ਉਹਦੇ ਵਾਸਤੇ ਸਪੇਸ ਵੀ ਚਾਹੀਦੀ ਹੈ ਤੇ ਅੱਗੇ ਦੂਸਰਾ ਬੰਦਾ ਆ ਗਿਆ, ਫਿਰ ਤੀਸਰਾ ਆ ਗਿਆ। ਇਹਦੇ ਹਿਸਾਬ ਨਾਲ ਤੇ ਜਿਹੜੇ ਚਾਰਜਿੰਗ ਸਟੇਸ਼ਨਸ ਹੈਗੇ ਆ ਉੱਥੇ ਬਹੁਤ ਸਾਰੇ ਪੁਆਇੰਟਸ ਲਾਉਣਾ ਜ਼ਰੂਰੀ ਹੈ ਔਰ ਬਹੁਤ ਸਾਰੀ ਜਗ੍ਹਾ ਹੋਣੀ, ਕਿਉਂਕਿ ਪੈਟਰੋਲ ਪੰਪ ਤੇ ਤਾਂ 5-6 ਗੱਡੀਆਂ ਲੱਗਣ ਦੀ ਜਗ੍ਹਾ ਵੀ ਹੋ ਤੇ ਪੈਟਰੋਲ ਪੰਪ ਦਾ ਗੁਜ਼ਾਰਾ ਹੋ ਜਾਂਦਾ ਹੈ। ਲੇਕਿਨ ਜਦੋਂ ਇਲੈਕਟ੍ਰਿਕ ਵਹੀਕਲ ਜਿਹੜਾ ਬਹੁਤ ਜ਼ਿਆਦਾ ਸਮਾਂ ਮੰਗੇਗਾ, ਕਿਉਂਕਿ ਇੱਕ ਗੱਡੀ ਤੁਸੀਂ ਜੇ ਚਾਰਜਿੰਗ ਤੇ ਲਾਤੀ ਹੈ ਤੇ ਜੇ ਉਹਨੂੰ 10 ਘੰਟੇ ਖੜੀ ਹੈ ਤਾਂ ਜ਼ਾਹਿਰ ਹੈ ਕਿ ਉਸ 10 ਘੰਟੇ 'ਚ ਉਹ ਗੱਡੀ ਤਾਂ ਆਏਗੀ ਨਹੀਂ, ਹੋਰ ਗੱਡੀਆਂ ਵੀ ਆਉਣਗੀਆਂ। ਇਹਦਾ ਕੀ ਹੱਲ ਅੱਗੇ ਜਾ ਕੇ ਹੋ ਸਕਦਾ ਹੈ? ਬਿਲਕੁਲ ਜੀ ਵੀਣੇ ਜੀ, ਇਹ ਬਹੁਤ ਵਧੀਆ ਸਵਾਲ ਤੁਹਾਨੂੰ ਪੁੱਛਿਆ। ਕਿਤੇ ਨਾ ਕਿਤੇ ਸਾਡੇ ਜੋ ਐਡਮਿਨਿਸਟ੍ਰੇਸ਼ਨਸ ਜੋ ਦੇਖ ਰਹੀਆਂ ਨੇ ਇਸ ਪ੍ਰੋਗਰਾਮ ਨੂੰ, ਉਹਨਾਂ ਨੂੰ ਇਹ ਤਾਂ ਬਹੁਤ ਵੱਡੀ ਇੱਕ ਸੇਧ ਮਿਲਣੀ ਹੈ। ਤੇ ਜੇ ਅਸੀਂ ਚਾਰਜਿੰਗ ਸਟੇਸ਼ਨਾਂ ਦੀ ਜੋ ਤੁਸੀਂ ਗੱਲ ਆਖਦੇ ਹੋ, ਸਾਊਥ ਕੋਰੀਆ ਜੋ ਹੈ ਸਭ ਤੋਂ ਜ਼ਿਆਦਾ ਲੀਥੀਅਮ ਆਇਰਨ ਬੈਟਰੀਆਂ ਜੋ ਇੰਪੋਰਟ ਕਰ ਰਿਹਾ ਹੈ, ਤੇ ਅਸੀਂ ਜੇ ਬਾਹਰਲੇ ਯੂਰੋਪੀਅਨ ਸਟੈਂਡਰਡ ਦੇ ਵਿੱਚ ਜਾਂ ਸਾਊਥ ਕੋਰੀਆ ਵਰਗੀਆਂ ਕੰਪਨੀਆਂ ਨੂੰ ਅਸੀਂ ਫੋਲੋ ਅਪ ਕਰਕੇ ਉਸ ਤਰ੍ਹਾਂ ਦੀ ਟੈਕਨੋਲੋਜੀ ਨਾਲ ਉਹ ਟੈਸਲਾ ਨਾਲ ਕੋਲੈਬੋਰੇਟ ਕਰਕੇ ਅਸੀਂ ਉਸ ਤਰ੍ਹਾਂ ਦੀ ਪ੍ਰਬੰਧ ਵੀ ਅਸੀਂ ਕਰ ਸਕਦੇ ਹਾਂ। ਉਹਦੇ ਵਿੱਚ ਕੋਈ ਹਰਜ ਨਹੀਂ ਆ, ਕਿਉਂਕਿ ਆਲਰੇਡੀ ਉੱਥੇ ਜ਼ਿਆਦਾਤਰ ਇਹਨਾਂ ਪਾਵਰ ਸਟੇਸ਼ਨਾਂ ਤੇ ਇਸ ਤਰ੍ਹਾਂ ਦੇ ਪ੍ਰਬੰਧ ਕਰ ਚੁੱਕੇ ਹਾਂ ਅਸੀਂ। ਸਾਨੂੰ ਫੋਲੋ ਅਪ ਕਰਨਾ, ਉਸ ਮਾਡਲ ਨੂੰ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇੱਥੇ ਲਾਗੂ ਕਰਨਾ। ਜੋ ਵਿਦੇਸ਼ੀ ਮਾਡਲ ਆਲਰੇਡੀ ਇਹ 'ਤੇ ਕਾਮਯਾਬ ਹੋ ਗਏ ਨੇ ਇਲੈਕਟ੍ਰੀਕਲ ਵਹੀਕਲਾਂ ਦੇ ਅਸੀਂ ਮਾਮਲੇ ਦੀ ਗੱਲ ਕਰੀਏ। ਔਰ ਜੋ ਟਾਈਮ ਦੀ ਗੱਲ ਕਰਦੇ ਹੋ ਵੀ ਟਾਈਮ ਕਿੰਨਾ ਲੱਗਣ ਦੀ ਜੋ ਤੁਸੀਂ ਆਖਦੇ ਹੋ ਗੱਲ, ਕਿਉਂਕਿ ਇਹਦੇ ਵਿੱਚ ਟੈਕਨੋਲੋਜੀ ਨਵੀਂ ਹੈ ਤੇ ਟੈਕਨੋਲੋਜੀ ਦੇ ਵਿੱਚ ਮੈਂ ਆਏ ਦਿਨ ਦੱਸ ਰਿਹਾ ਇਵੋਲਵ ਹੋ ਰਹੀ ਹੈ। ਲੀਥੀਅਮ ਆਇਨ ਤੋਂ ਕਹਿ ਰਿਹਾ ਸੀਗਾ, 에ਅਰ ਆਇਰਨ ਦੀ ਵੀ ਬੈਟਰੀਆਂ ਜੋ ਨਵੀਆਂ, ਸਾਨੂੰ ਹੋਰ ਵੀ ਨਵੀਆਂ ਬੈਟਰੀਜ਼ ਜੋ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਵਿੱਚ ਆਉਣਗੀਆਂ। ਉਹਨਾਂ ਦਾ ਖੂਬੀ ਇਹ ਹੈ ਵੀ ਉਹ ਫਾਸਟ ਚਾਰਜ ਕਰਦੀਆਂ ਨੇ ਤੇ ਫਾਸਟ ਚਾਰਜਿੰਗ ਲਈ ਬਹੁਤ ਨਵੀਂ ਟੈਕਨੋਲੋਜੀ ਆ ਰਹੀ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਨਵੀਆਂ ਅਲੋਇਜ਼ ਪਾਉਣਗੇ ਸਾਇੰਟਿਸਟ ਸਾਡੇ। ਉਹਦੇ ਵਿੱਚ R&D ਹੈ, ਜੋ ਰਿਸਰਚ ਡਿਪਾਰਟਮੈਂਟਸ ਇਹ 'ਤੇ ਕੰਮ ਕਰ ਰਹੇ ਨੇ, ਉਹ ਕਨੈਕਟੀਵਿਟੀ ਵਧਾ ਦੇਣੀਆਂ ਨੇ। ਔਰ ਵਾਇਰਲੈਸ ਬੈਟਰੀਆਂ ਜੇ ਤੁਸੀਂ ਫੋਨਾਂ ਦੇ ਵਿੱਚ ਦੇਖਦੇ ਹੋ, ਵਾਇਰਲੈਸ ਬੈਟਰੀ ਆ ਗਈਆਂ ਤਾਂ ਇਹਦਾ ਮਤਲਬ ਤੁਸੀਂ ਦੇਖੋ ਕਿੰਨੀ ਹਾਈ ਕਨੈਕਟੀਵਿਟੀ ਹੋਊਗੀ। ਤਾਂ ਇਸ ਤਰ੍ਹਾਂ ਜੇ ਹਾਈ ਕਨੈਕਟੀਵਿਟੀ ਦੀਆਂ ਜੋ ਬੈਟਰੀਜ਼ ਅਵੇਲੇਬਲ ਨੇ ਕਿਤੇ ਨੇ ਪਾਵਰ ਸਟੇਸ਼ਨਾਂ ਦੇ ਵਿੱਚ, ਉਹ ਜੋ ਟਾਈਮ ਦੀ ਗੱਲ ਆਖਦੇ ਹੋ, ਉਹ ਟਾਈਮ ਆਲਰੇਡੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਟੈਕਨੋਲੋਜੀ ਵਧੂਗੀ ਉਹ ਟਾਈਮ ਵੀ ਘੱਟ ਜਾਣਾ। ਔਰ ਸਾਨੂੰ ਜੋ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀਆਂ ਤੁਸੀਂ ਦੱਸਦੇ ਹੋ ਟ੍ਰੈਫਿਕ ਦੀ ਜਾਂ ਇਸ ਤਰ੍ਹਾਂ ਦੀ ਜਾਂ ਜ਼ਿਆਦਾ ਗੱਡੀਆਂ ਖੜੀਆਂ ਕਰਨ ਦੀ ਜੋ ਤੁਸੀਂ ਦਿੱਕਤ ਆਖਦੇ ਹੋ, ਉਹ ਵੀ ਕਿਤੇ ਨਾ ਕਿਤੇ ਦਿੱਕਤ ਆ ਉਹ ਘੱਟਦੀ ਨਜ਼ਰ ਆ ਜਾਣੀ ਹੈ। ਜੋ ਟਾਈਮ ਸਪੈਨ ਹੈ ਜੋ ਘੱਟ ਜੂਗਾ ਚਾਰਜਿੰਗ ਦਾ ਵੀ ਨਹੀਂ ਜੀ, ਕਿਉਂਕਿ ਜਿਹੜੀ ਪਬਲਿਕ ਵਹੀਕਲਸ ਨੇ, ਜਿਹੜੇ ਪਬਲਿਕ ਟਰਾਂਸਪੋਰਟ ਜਿਹਨੂੰ ਆਪਾਂ ਕਹਿੰਦੇ ਹਾਂ, ਬੱਸਾਂ ਹੋ ਗਈਆਂ, ਹੋਰ ਜਿਹੜੇ ਹੈਗੇ ਆ, ਜਾਂ ਜਿੱਦਾਂ ਆਪਾਂ ਕਹਿ ਰਹੇ ਕਿ ਕਮਰਸ਼ੀਅਲ ਵਾਹਨ ਜਿਹੜੇ ਹੈਗੇ ਆ, ਉਹ ਵੀ ਇਲੈਕਟ੍ਰਿਕ ਤੇ ਅਸੀਂ ਲੈ ਕੇ ਆਉਣੇ ਆ। ਤੇ ਪਿਛਲੇ ਜਿਹੜੇ ਸਾਲ ਹੈਗੇ ਆ 2020 ਤੇ 2021 ਦੇ ਜਿਹੜੇ ਅੰਕੜੇ ਸੀਗੇ ਕੇਂਦਰ ਸਰਕਾਰ ਨੇ ਜਾਰੀ ਕੀਤੇ ਸੀਗੇ, ਤੇ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਜਿਹੜੇ 2 ਪਹੀਆ ਵਾਹਨ ਨੇ ਉਹਨਾਂ 'ਚ 422% ਜਿਹੜੀ ਹੈ ਵ੍ਰਿਧੀ, ਵਾਧਾ ਦਰਜ ਕੀਤਾ ਗਿਆ ਜਿਹੜੇ 2 ਪਹੀਆ ਵਾਹਨ ਨੇ। ਉਸ ਤੋਂ ਇਲਾਵਾ 3 ਪਹੀਆ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 75% ਵ੍ਰਿਧੀ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ। ਉਸ ਤੋਂ ਬਾਅਦ 4 ਪਹੀਆ ਜਿਹੜੇ ਵਾਹਨ ਹੈਗੇ ਉਹ 'ਚ 230% ਜਿਹੜੀ ਬੜੋਤਰੀ ਹੈ ਉਹ ਦਰਜ ਕੀਤੀ ਗਈ। ਇਸੇ ਤਰ੍ਹਾਂ ਜਿਹੜੇ ਆਪਣੇ ਕੇਂਦਰੀ ਮੰਤਰੀ ਨੇ ਨਿਤਿਨ ਗਡਕਰੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਬੱਸਿਸ ਹੈਗੀਆਂ, ਪਬਲਿਕ ਬੱਸਿਸ ਹੈਗੀਆਂ ਜਿਹੜੀਆਂ, ਉਹਦੇ 'ਚ 1200% ਬੜੋਤਰੀ ਜਿਹੜੀ ਆ ਉਹ ਦਰਜ ਕੀਤੀ ਗਈ। ਇਲੈਕਟ੍ਰਿਕ ਵਹੀਕਲਸ ਮਤਲਬ ਇੰਨੇ ਇਸ ਲੈਵਲ 'ਤੇ ਸ਼ਹਿਰਾਂ ਦੇ ਵਿੱਚ ਆ ਗਏ ਨੇ। ਤੇ ਲੇਕਿਨ ਹਜੇ ਵੀ ਦੇਖਣ 'ਚ ਇਹ ਮਿਲਦਾ ਹੈ ਕਿ ਹਰ ਬੰਦਾ ਜਿਹੜਾ ਇਲੈਕਟ੍ਰਿਕ ਵਹੀਕਲ, ਖਾਸ ਕਰ 2 ਵੀਲਰ ਵਾਲਾ ਜਿਹੜਾ ਇਲੈਕਟ੍ਰਿਕ ਵਹੀਕਲ ਲੈਂਦਾ, ਉਹਦੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਘਰੋਂ ਚਾਰਜ ਕਰ ਲਵਾਂ। ਜੀ। ਲੇਕਿਨ ਕਈ ਵਾਰੀ ਹੁੰਦਾ ਕੀ ਹੈ ਕਿ ਜਿੱਦਾਂ ਬਿਲਕੁਲ ਨੇੜੇ ਜਿਹੜੇ ਤੁਹਾਡੇ ਡੈਸਟੀਨੇਸ਼ਨਸ ਨੇ, ਕਈ ਜਿਹੜੇ ਹਿਲ ਸਟੇਸ਼ਨਸ ਨੇ, ਜਾਂ ਕੋਈ ਐਸਾ ਡੈਸਟੀਨੇਸ਼ਨ ਜਿੱਥੇ ਧਾਰਮਿਕ ਡੈਸਟੀਨੇਸ਼ਨ ਹੋ ਸਕਦਾ, ਉੱਥੇ ਤੁਸੀਂ ਜਾਂਦੇ ਹੋ ਤੇ ਜਾ ਕੇ ਉੱਥੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ, ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜਾ ਚਾਰਜਿੰਗ ਸਟੇਸ਼ਨ ਦਾ। ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਬੰਧ ਕੀਤੇ ਜਾ ਰਹੇ ਨੇ, ਇਹਦੇ ਬਾਰੇ ਤੁਸੀਂ ਦੱਸੋ। ਬਿਲਕੁਲ ਜੀ, ਦੇਖੋ ਜੇ ਤੁਸੀਂ ਗੱਲ ਆਖਦੇ ਹੋ ਡੇਲੀ ਦੇ, ਜਿੱਥੇ ਆਪਣੇ ਚਾਹੇ ਉਹ ਸਟੂਡੈਂਟਸ ਨੇ ਜਾਂ ਪੇਰੈਂਟਸ ਦੀ ਗੱਲ ਕਰੀਏ,
ਚਾਹੇ ਉਹ ਅਸੀਂ ਕਮਰਸ਼ੀਅਲ ਕੋਈ ਬਿਜ਼ਨਸਮੈਨ ਦੀ ਗੱਲ ਕਰੀਏ, ਹਰ ਖੇਤਰ ਨਾਲ ਜੁੜਿਆ ਹੋਇਆ ਵਿਅਕਤੀ ਜਿਹਦੀ ਇੱਕ ਰਡਾਰ ਹੈ, ਰੋਟੇਸ਼ਨ ਹੈ, ਫਿਕਸ ਹੈ, ਉਹਨੇ 50 ਕਿਲੋਮੀਟਰ ਜਾਣਾ, ਉਹਨੇ 20 ਕਿਲੋਮੀਟਰ ਜਾਣਾ, ਉਹਦੀ ਦਿਨਚਰਿਆ ਦੀ ਜੋ ਵੀ ਉਹਦੇ ਲਈ ਡਾਟਾ ਹੈਗਾ ਕਿਤੇ ਨਾ ਕਿਤੇ ਫਿਕਸ ਹੁੰਦਾ ਹੈ ਵੀ ਹਾਂ ਉਸ ਰੇਡੀਅਸ ਤੱਕ ਜਾਣਾ, ਉਸ ਲੈਵਲ ਦੀ ਉਹ ਜੋ ਚਾਰਜਿੰਗ ਦੀ ਹੈ ਉਹਨੂੰ ਕਪੈਸਿਟੀ ਹੈ ਕਿਤੇ ਨਾ ਕਿਤੇ ਫੁੱਲਫਿਲ ਹੋ ਜਾਂਦੀ ਹੈ। ਜੇ ਤੁਸੀਂ ਗੱਲ ਕਰਦੇ ਹੋ ਡਿਸਟੈਂਸ ਦੀ, ਲੌਂਗ ਡਿਸਟੈਂਸ ਦੀ ਗੱਲ ਕਰਦੇ ਹੋ, ਜਿੱਥੇ ਅਸੀਂ 1000 ਕਿਲੋਮੀਟਰ ਦੀ ਜਾਂ 500 ਕਿਲੋਮੀਟਰ ਦਾ ਤੁਸੀਂ ਟਾਰਗੇਟ ਲਾ ਕੇ ਚੱਲਦੇ ਹੋ, ਇੰਨੇ ਡਿਸਟੈਂਸ 'ਤੇ ਜੇ ਜਾਣਾ, ਉਹਦੇ ਲਈ ਤਾਂ ਸਾਡੇ ਕਿਤੇ ਨਾ ਕਿਤੇ ਵੱਡੇ ਜੋ ਅਸੀਂ ਗੱਲ ਆਖੀਏ ਆਪਣੇ ਪਬਲਿਕ ਟਰਾਂਸਪੋਰਟ ਦੇ ਵਿੱਚ ਰੇਲ ਯਾਤਰਾ ਕਰ ਸਕਦਾ ਹੈ। ਫਿਰ ਹੋਰ ਬਹੁਤ ਸਾਰੇ ਅਲਟਰਨੇਟਸ ਹੈਗੇ, ਜੇ ਰੇਲ ਯਾਤਰਾ ਨਹੀਂ ਹੈਗੀ ਤਾਂ ਕਿਤੇ ਨਾ ਕਿਤੇ ਜੋ ਵਹੀਕਲਸ ਨੇ, ਜੋ ਕਮਰਸ਼ੀਅਲ ਵਹੀਕਲਸ ਨੇ ਜੋ ਅੱਜ ਪੈਟਰੋਲ ਤੇ ਚੱਲ ਰਹੀਆਂ, ਅੱਜ ਬੱਸਾਂ 'ਚ ਪੈਟਰੋਲ ਤੇ ਚੱਲ ਰਹੀਆਂ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸਾਨੂੰ ਇਲੈਕਟ੍ਰੀਕਲ ਦੇ ਵਿੱਚ ਕਨਵਰਟ ਹੁੰਦੀਆਂ ਦਿਖ ਜਾਣਗੀਆਂ, ਉਹਦੀ ਪ੍ਰੈਪਰੇਸ਼ਨ ਚੱਲ ਰਹੀ ਆ ਹੁਣ। ਹਾਲਾਂਕਿ ਯੂਟੀ ਵਰਗੇ, ਚੰਡੀਗੜ੍ਹ ਯੂਟੀ ਵਰਗੇ ਦੇ ਵਿੱਚ ਇਲੈਕਟ੍ਰੀਕਲ ਬੱਸਾਂ ਜੋ ਆ ਲੋਕਲ ਲੈਵਲ 'ਤੇ ਪੂਰੀਆਂ ਕਾਮਯਾਬ ਹੈਗੀਆਂ ਨੇ, ਉਹ ਆਪਣੇ 100 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ ਰੋਜ਼ ਆਪਣੀਆਂ ਘੁੰਮਦੀਆਂ, ਉਹਨਾਂ ਦਾ ਟਾਈਮ ਸ਼ਡਿਊਲਿੰਗ ਬਣਿਆ ਹੋਇਆ, ਉਹ ਚਾਰਜਿੰਗ ਪੁਆਇੰਟ 'ਤੇ ਵੀ ਆ ਰਹੇ ਆ ਔਰ ਲੋਕਾਂ ਨੂੰ ਕੋਈ ਦਿੱਕਤ ਵੀ ਨਹੀਂ ਆ ਰਹੀ। ਉਹ ਜੇ ਚਾਰਜਿੰਗ ਦੀ ਜੇ ਕੋਈ ਟਾਈਮ ਦੀ ਦਿੱਕਤ ਹੈ ਤਾਂ ਉਹੋ ਜਿਹੀ ਕੁਆਂਟੀਟੀ ਵਧਾ ਦਿੱਤੀ ਹੈ ਉਹਨਾਂ ਨੇ, ਨੈਕਸਟ ਲੈਵਲ 'ਤੇ ਨੈਕਸਟ ਸਟੇਸ਼ਨ 'ਤੇ ਜਾ ਕੇ ਉਹ ਜੇ ਚਾਰਜਿੰਗ 'ਤੇ ਲੱਗ ਗਈ, ਅਗਲਾ ਅਲਟਰਨੇਟ ਹੈ ਤੁਹਾਡੇ ਬੱਸਾਂ ਦੀ ਵੋਲੀਅਮ ਜ਼ਿਆਦਾ ਹੈ, ਵੋਲੀਅਮ ਵੱਧ ਜੂਗਾ, ਕਿਤੇ ਨਾ ਕਿਤੇ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਆਣੀ ਨਹੀਂ ਹੈ। ਔਰ ਜੋ ਤੁਸੀਂ ਡਿਸਟੈਂਸ ਦੀ ਗੱਲ ਕਰਦੇ ਹੋ, ਉਹਦੇ ਲਈ ਜਦੋਂ ਸਾਡੇ ਲਵੇ ਵਹੀਕਲਸ ਹੀ ਇੰਨੇ ਜ਼ਿਆਦਾ ਹੋ ਜਾਣਗੇ ਤਾਂ ਉਸ ਲੈਵਲ 'ਤੇ ਨੈਕਸਟ ਸਟੇਸ਼ਨ 'ਤੇ ਜਾ ਕੇ ਅਸੀਂ ਜੇ ਲੌਂਗ ਡਿਸਟੈਂਸ ਜਾਣਾ ਆਪਣੀ ਚੇਂਜਿਸ ਕਰਨੀਆਂ ਪੈਣਗੀਆਂ, ਸਾਨੂੰ ਟਰਾਂਸਪੋਰਟ ਰੂਟਸ ਚੇਂਜ ਕਰਨੇ ਪੈਣਗੇ। ਰੂਟਸ ਚੇਂਜ ਕਰਕੇ ਤੁਸੀਂ ਉਹ ਫਲੈਕਸੀਬਿਲਿਟੀ ਹਾਸਲ ਕਰ ਸਕਦੇ ਹੋ, ਕਿਉਂਕਿ ਕਿਤੇ ਨਾ ਕਿਤੇ ਇੱਕ ਲਿਮਿਟੇਸ਼ਨ ਤਾਂ ਹੁੰਦੀ ਹੈ ਨਾ। ਅਸੀਂ ਇੱਕ ਲਿਮਿਟੇਸ਼ਨ ਕੀ ਹੈ ਵੀ ਅਸੀਂ ਇੱਕ ਲੈਵਲ ਤੱਕ ਹੀ ਜਾ ਸਕਦੇ ਹਾਂ, ਅਸੀਂ 200 ਕਿਲੋਮੀਟਰ 500 ਵੀ ਅਸੀਂ ਕਹੀਏ ਵੀ 1000-2000 ਕਿਲੋਮੀਟਰ। ਜੇ ਤੁਸੀਂ ਕਹੋ ਵੀ ਅੰਮ੍ਰਿਤਸਰ ਤੋਂ ਮੁੰਬਈ ਜਾਣਾ ਤਾਂ ਇਲੈਕਟ੍ਰੀਕਲ ਵਾਹਨ ਰੈਡੀ ਹੋਣਾ ਚਾਹੀਦਾ ਵੀ ਉਹ ਇਸ ਤਰ੍ਹਾਂ ਦੀ ਜੇ ਅਸੀਂ ਨਿਊਰੋ ਸਾਇੰਸ ਅਸੀਂ ਸੋਚੀਏ, ਉਹ ਦਿਸ ਇਜ਼ ਨਹੀਂ ਹਾਈਪੋਥੈਟੀਕਲ ਗੱਲਾਂ ਹੋ ਜਾਣਗੀਆਂ, ਇਹ ਨਹੀਂ ਪੋਸੀਬਲ, ਬਟ ਅਲਟਰਨੇਟਸ ਹੈ। ਕਿਤੇ ਨਾ ਕਿਤੇ ਜਦੋਂ ਕਰਾਊਡਸ ਇੰਨਾ ਵੱਧ ਜੂਗਾ, ਵਹੀਕਲਸ ਇੰਨੇ ਜ਼ਿਆਦਾ ਆ ਜਾਣਗੇ, ਤੁਸੀਂ ਅੰਮ੍ਰਿਤਸਰ ਤੋਂ ਚੱਲੋ, ਤੁਸੀਂ ਲੁਧਿਆਣੇ ਤੱਕ ਆਓ, ਤੁਸੀਂ ਲੁਧਿਆਣੇ ਤੋਂ ਗਾਹਾਂ ਟਰਾਂਸਪੋਰਟ ਚੇਂਜ ਕਰਦੇ ਰਹੋ, ਤੁਹਾਡੇ ਲਈ ਜਦ ਇਲੈਕਟ੍ਰੀਕਲ ਵਹੀਕਲਸ ਹੀ ਇੰਨੇ ਜ਼ਿਆਦਾ ਹੋ ਜਾਣਗੇ, ਉਹ ਤੁਹਾਨੂੰ ਐ ਕਿਤੇ ਨਾ ਕਿਤੇ ਜੋ ਕੰਟੀਨਿਊਟੀ ਜੋ ਤੁਸੀਂ ਕਹਿੰਦੇ ਹੋ ਉਹ ਤੁਹਾਨੂੰ ਉਹ ਚੇਂਜਿਸ, ਉਹਦੇ ਫਾਇਦਾ ਜੋ ਜੇ ਤੁਸੀਂ ਜੇਬ ਦਾ ਫਾਇਦਾ ਲੈਣਾ ਉਹ ਤਾਂ ਚੇਂਜ ਤੁਹਾਨੂੰ ਕਰਨੇ ਪੈਣਗੇ। ਤੇ ਇਸ ਤਰ੍ਹਾਂ ਦੀ ਜੋ ਮੈਂ ਤੁਹਾਡੇ ਨਾਲ ਅੱਗੇ ਇਸ ਸਵਾਲ ਤੇ ਇਹ ਰਾਏ ਮੈਂ ਦੇਣਾ ਚਾਹਾਂਗਾ ਵਿਨੇ ਜੀ। ਇੱਕ ਰਿਪੋਰਟ ਦੇ ਮੁਤਾਬਕ 2025 ਤੱਕ ਜਿਹੜਾ ਹੈਗਾ ਭਾਰਤ ਨੂੰ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ ਇਲੈਕਟ੍ਰਿਕ ਵਹੀਕਲ ਬਾਜ਼ਾਰ ਬਣਨ ਵਾਲਾ ਵਾ, 475 ਅਰਬ ਰੁਪਏ ਦਾ ਇਹ ਬਾਜ਼ਾਰ ਬਣ ਜਾਣਾ ਕਿਹਾ ਜਾ ਰਿਹਾ। 2025 ਤੇ ਆਇਆ ਖੜਾ ਜੇ 2025 ਤੱਕ ਇੱਕ ਰਿਪੋਰਟ, ਇਹ ਰਿਪੋਰਟ ਕੋਈ ਭਾਰਤ ਸਰਕਾਰ ਦੀ ਨਹੀਂ ਹੈਗੀ, ਇਹ ਰਿਪੋਰਟ ਇੰਟਰਨੈਸ਼ਨਲ ਲੈਵਲ ਦੀ ਹੈਗੀ ਕਿ ਭਾਰਤ 2025 ਤੱਕ ਸਭ ਤੋਂ ਵੱਡਾ ਇਲੈਕਟ੍ਰਿਕ ਵਹੀਕਲ ਬਾਜ਼ਾਰ ਬਣਨ ਜਾ ਰਿਹਾ। ਤੇ ਭਾਰਤ ਜੇ ਸਭ ਤੋਂ ਵੱਡਾ ਇਲੈਕਟ੍ਰਿਕ ਵਹੀਕਲ ਬਾਜ਼ਾਰ ਬਣਨ ਜਾ ਰਿਹਾ ਤੇ ਚਾਰਜਿੰਗ ਸਟੇਸ਼ਨ ਤੇ ਫਿਰ ਆਪਾਂ ਉੱਥੇ ਆਉਂਦੇ ਹਾਂ ਕਿ ਚਾਰਜਿੰਗ ਸਟੇਸ਼ਨਸ ਵਧਾਏ ਜਾਣਗੇ ਕਿ ਜਿੱਦਾਂ ਤੁਸੀਂ ਕਹਿ ਰਹੇ ਕਿ ਵੋਲੀਅਮ ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਵਧੇਗਾ। ਹੁਣ ਜਿੱਦਾਂ ਮੇਰਾ ਪਰਸਨਲ ਵਹੀਕਲ ਹੈ, ਮੰਨ ਲਓ ਮੈਂ ਕਿਸੇ ਆਪਣੇ ਪਰਸਨਲ ਵਹੀਕਲ ਤੇ 4 ਵੀਲਰ ਦੇ ਤੇ ਮੈਂ ਜੈਪੁਰ ਜਾ ਰਿਹਾ ਮੰਨ ਲਓ ਜੀ ਜੀ, ਤੇ ਮੈਂ ਵੱਧ ਤੋਂ ਵੱਧ ਇੱਥੋਂ ਚੱਲੂੰਗਾ ਤਾਂ ਦਿੱਲੀ ਰੁਕ ਸਕਦਾ ਨਾ ਮੈਂ ਜਾ ਕੇ। ਇਹ ਤਾਂ ਹੈ ਨਹੀਂ ਕਿ ਮੈਂ ਇੱਥੋਂ ਚੱਲਿਆ ਤੇ ਮੈਂ ਅੰਬਾਲੇ ਰੁਕ ਜਾਵਾਂ ਜਾ ਕੇ, ਜਾਂ ਮੈਂ ਉਸ ਤੋਂ ਪਹਿਲਾਂ ਹੀ ਰੁਕ ਜਾਵਾਂ। ਤੇ ਜੇ ਸਟੇ ਵੀ ਕਰਨੀ ਪਈ ਬੰਦੇ ਨੂੰ ਤਾਂ ਜਾ ਕੇ ਦਿੱਲੀ ਕਰੂਗਾ। ਤੇ ਕੀ ਦਿੱਲੀ ਦੇ ਤੁਸੀਂ ਉੱਥੇ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਵਹੀਕਲ ਚੇਂਜ ਕਰ ਲਓ, ਤੇ ਵਹੀਕਲ ਤੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਤੇ ਜਾ ਰਹੇ ਤਾਂ ਤੁਸੀਂ ਵਹੀਕਲ ਚੇਂਜ ਕਰ ਸਕਦੇ ਹੋ। ਤੁਸੀਂ ਦਿੱਲੀ ਦੀ ਟਿਕਟ ਲਈ ਉਸ ਤੋਂ ਬਾਅਦ ਤੁਸੀਂ ਅੱਗੋਂ ਦਿੱਲੀ ਤੋਂ ਜੈਪੁਰ ਦੀ ਲੈ ਲਓ ਤਾਂ ਕਿ ਤੁਹਾਨੂੰ ਅੱਗੇ ਜਿਹੜੀ ਵਹੀਕਲ ਹੈ ਤਿਆਰ ਮਿਲੇ। ਲੇਕਿਨ ਜਿਹੜਾ ਤੁਹਾਡੇ ਕੋਲ ਆਪਣਾ ਵਹੀਕਲ ਹੈ ਉਹ ਤਾਂ ਤੁਹਾਨੂੰ ਓਨਾ ਹੀ ਚਾਰਜ ਕਰਨਾ ਪੈਣਾ ਨਾ ਅੱਗੇ, ਕਿਉਂਕਿ ਤੁਸੀਂ ਜੇ ਦਿੱਲੀ ਤੱਕ ਗਏ ਉਸ ਤੋਂ ਬਾਅਦ ਜੈਪੁਰ ਵੀ ਅੱਗੋਂ ਓਨਾ ਕੁ ਸਫ਼ਰ ਹੈ 200-250 ਕਿਲੋਮੀਟਰ, ਉਹ ਸਮੱਸਿਆ ਕਿੱਦਾਂ ਹੱਲ ਹੋ? ਬਿਲਕੁਲ ਜੀ, ਦੇਖੋ ਵਿਨੇ ਜੀ ਇਹ ਕਿਤੇ ਨਾ ਕਿਤੇ ਉਹ ਟੈਕਨੋਲੋਜੀ ਇਵੋਲਵ ਹੋ ਰਹੀ ਹੈ, ਉਹਦੇ ਬੈਕਅਪਸ ਪਲਾਨ ਹੈ ਜੋ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸੋਚੇ ਜਾ ਰਹੇ ਨੇ ਔਰ ਉਹ 'ਤੇ ਕੰਮ ਵੀ R&D ਹੈ, ਰਿਸਰਚ ਡਿਪਾਰਟਮੈਂਟ ਕੰਮ ਕਰ ਰਿਹਾ। ਉਹਦੇ ਲਈ ਇਹੀ ਹੈ ਵੀ ਜੋ ਲਿਮਿਟੇਸ਼ਨਸ ਹੈ, ਤੁਸੀਂ ਦਿੱਲੀ ਰੁਕਣਾ ਹੈ ਜਾ ਕੇ ਇੱਥੋਂ ਚੱਲੇ ਹੋ ਤਾਂ ਉੱਥੇ ਦਿੱਲੀ ਪਾਵਰ ਸਟੇਸ਼ਨ ਜਿਹੜੇ ਹੈਗੇ ਆ ਚਾਰਜਿੰਗ ਕਰਨ ਵਾਲੇ ਉਹ ਫਾਸਟ ਹੋ ਜਾਣਗੇ, ਉਹ ਤੁਹਾਡਾ ਸਮਾਂ ਘੱਟ ਲੈਣਗੇ। ਕਿਤੇ ਨਾ ਕਿਤੇ ਤੁਸੀਂ ਆਪਣਾ ਟੀ ਬ੍ਰੇਕ ਲੈਣਾ ਕਿਤੇ ਜਾ ਕੇ ਉੱਥੇ ਤੁਸੀਂ ਪਾਵਰ ਸਟੇਸ਼ਨ 'ਤੇ ਲਗਾਓ, ਤੁਹਾਡੇ ਘੱਟ ਸਮੇਂ ਦੇ ਵਿੱਚ ਤੁਹਾਨੂੰ ਚਾਰਜਿੰਗ ਦਾ ਜੋ ਬੈਕਅਪ ਮਿਲ ਜਾਂਦਾ, ਤੁਸੀਂ ਕਹਾਂ ਤੁਸੀਂ ਆਪਣਾ ਰੈਡੀ ਹੋ ਜਾਓਗੇ। ਫਿਰ ਇਹਦਾ ਸਭ ਤੋਂ ਸਿੱਧਾ ਫਾਇਦਾ ਇਹੀ ਹੈ, ਸਾਨੂੰ ਬੈਟਰੀ ਦੀ ਜੋ ਚਾਰਜਿੰਗ ਕਪੈਸਿਟੀ ਹੈ ਉਹਦੀ ਟਾਈਮ ਹੈ ਜੋ ਫਾਸਟ ਕਰ ਦੇਣਾ ਚਾਹੀਦਾ। ਔਰ ਟੈਕਨੋਲੋਜੀ ਨੇ ਇਸੇ 'ਤੇ ਜ਼ਿਆਦਾਤਰ ਕੰਮ ਹੋ ਰਿਹਾ ਰਿਸਰਚ ਖੇਤਰ ਦੇ ਵਿੱਚ, R&D ਦੇ ਵਿੱਚ ਸਿੱਧੇ ਤੌਰ 'ਤੇ ਇਹੀ ਫਾਇਦਾ ਜੋ ਲੋਕਾਂ ਨੂੰ ਪਹੁੰਚਾਉਣ ਦੀ ਉਹਦੇ ਅੱਜ ਵੀ ਕੰਮ ਚੱਲ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ ਬਦਲਾਅ ਸਾਨੂੰ ਦਿਖ ਜੂਗਾ ਔਰ ਉਸ ਸਮਾਂ ਜੋ ਹੈ ਉਹ ਘੱਟ ਹੋ ਜਾਣਾ ਬਿਨੇ ਜੀ।
ਜਿਹੜਾ ਇਲੈਕਟ੍ਰਿਕ ਵਹੀਕਲ ਦਾ ਬਾਜ਼ਾਰ ਹੈ ਉਹਦੇ ਵਿੱਚ ਸਭ ਤੋਂ ਵੱਧ ਭਰੋਸੇਯੋਗਤਾ ਜਿਹੜੀ ਹੈਗੀ ਹੈ ਉਹ ਲੌਂਗ ਲਾਈਫ ਬੈਟਰੀ ਦੀ ਹੈ। ਹਾਂਜੀ ਹਾਂ। ਇਹ ਰਿਸਰਚ ਕਰਨ ਵਾਲੇ ਵੀ ਮੰਨਦੇ ਆ ਤੇ ਆਮ ਬੰਦੇ ਦੀ ਸੋਚ ਵੀ ਹੈ। ਜਿੱਦਾਂ ਮੰਨ ਲਓ ਅਸੀਂ ਕੋਈ ਪੈਟਰੋਲ ਵਹੀਕਲ ਵੀ ਜੇ ਖਰੀਦਣ ਜਾਣੇ, ਪੈਟਰੋਲ ਜਾਂ ਡੀਜ਼ਲ ਵਹੀਕਲ, ਤੇ ਅਸੀਂ ਸਭ ਤੋਂ ਪਹਿਲਾਂ ਉੱਥੇ ਜਾ ਕੇ ਇਹ ਪਤਾ ਕਰਦੇ ਹਾਂ ਕਿ ਇਹਦੀ ਮਾਈਲੇਜ ਕਿੰਨੀ ਹੈ। ਤੇ ਇਹਦੇ 'ਚ ਬੈਟਰੀ ਮਾਈਲੇਜ ਹੈ, ਇਹਦੇ 'ਚ ਤਾਂ ਪੈਟਰੋਲ ਹੈ ਨਹੀਂ ਕਿ ਤੁਸੀਂ ਪਰ ਲੀਟਰ ਦੀ ਮਾਈਲੇਜ ਪੁੱਛ ਲਓਗੇ। ਇਹਦੇ 'ਚ ਤਾਂ ਜਿਹੜੀ ਬੈਟਰੀ ਤੁਹਾਡੇ ਪਈ ਹੈ, ਜਿੰਨੀ ਵੀ ਬੈਟਰੀ ਪਈ ਹੈ ਤੁਹਾਡੇ ਕੋਲ, ਉਹਦੇ ਵਿੱਚ ਉਹ ਤੁਹਾਨੂੰ ਜਿਹੜਾ ਇਲੈਕਟ੍ਰਿਕ ਵਹੀਕਲ ਸੇਲ ਕਰਨ ਵਾਲੀ ਜਿਹੜੀ ਏਜੰਸੀ ਹੈ ਜਾਂ ਸੇਲ ਕਰਨ ਵਾਲਾ ਜਿਹੜਾ ਡੀਲਰ ਹੈ ਉਹਨੂੰ ਇਸ ਗੱਲ ਦਾ ਭਰੋਸਾ ਦੇਣਾ ਪਏਗਾ ਕਿ ਇਹਦੇ 'ਚ ਜਿਹੜੀ ਬੈਟਰੀ ਲੱਗੀ ਹੈ, ਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ 300 ਕਿਲੋਮੀਟਰ ਤੁਹਾਨੂੰ ਲੈ ਕੇ ਜਾਏਗੀ ਤਾਂ 300 ਕਿਲੋਮੀਟਰ ਘੱਟੋ ਘੱਟ ਉਹਨੂੰ ਜਾਣਾ ਹੀ ਪੈਣਾ ਹੈ। 300 ਨਹੀਂ ਤਾਂ ਜੇ 10 ਕਿਲੋਮੀਟਰ ਜਾਂ 15 ਕਿਲੋਮੀਟਰ ਹੀ ਘੱਟ ਸਕਦਾ, ਬਸ ਇਸ ਤੋਂ ਜਦ ਜੇ ਕਹੇ ਕਿ 300 ਦਾ ਦਾਅਵਾ ਕਰਕੇ ਤੁਸੀਂ 200 ਕਿਲੋਮੀਟਰ ਤੇ ਰੁਕ ਜਾਓਗੇ, ਤੇ ਮੈਨੂੰ ਨਹੀਂ ਲੱਗਦਾ ਕਿ ਇਲੈਕਟ੍ਰਿਕ ਵਹੀਕਲਸ ਦਾ ਬਾਜ਼ਾਰ ਜਿਹੜਾ ਹੈਗਾ ਇਸ ਤੋਂ ਬਗੈਰ ਖੜਾ ਹੋ ਸਕਦਾ। ਔਰ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਕਿ ਜਿਹੜੇ ਬੈਟਰੀ ਦੀ ਹੁਣ ਮੈਨੂਫੈਕਚਰਿੰਗ ਹੈ ਉਹ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹ ਕਾਰਖਾਨੇ ਖੁੱਲ੍ਹਣ, ਔਰ ਉਹਦੇ ਵਾਸਤੇ ਬਕਾਇਦਾ ਸਬਸਿਡੀ ਦਿੱਤੀ ਜਾ ਰਹੀ ਹੈ ਕਿ ਸਟਾਰਟਅਪ ਜਿਹੜੇ ਸ਼ੁਰੂ ਹੋਣ, ਨਵੇਂ ਜਿਹੜੇ ਮੁੰਡੇ ਕੁੜੀਆਂ ਪੜ੍ਹ ਕੇ ਆ ਰਹੇ ਆ, ਇਸੇ ਤਰ੍ਹਾਂ ਦੀ ਪੜ੍ਹਾਈ ਕਰਕੇ ਆ ਰਹੇ ਆ, ਉਹ ਇਸ ਤਰ੍ਹਾਂ ਦਾ ਆਪਣਾ ਬਿਜ਼ਨਸ ਸ਼ੁਰੂ ਕਰਨ। ਤੇ ਇਹਨੂੰ ਕਿੰਨਾ ਕੁ ਸਮਾਂ ਲੱਗ ਸਕਦਾ? ਬਿਲਕੁਲ ਜੀ, ਦੇਖੋ ਵਿਨੇ ਜੀ, ਅੱਜ ਵੀ ਭਾਰਤ ਜੋ ਹੈ 100 ਕਰੋੜ ਤੋਂ ਜ਼ਿਆਦਾ ਟਨ ਦਾ ਜੋ ਕਿਤੇ ਨਾ ਕਿਤੇ ਲੀਥੀਅਮ ਹੈ ਜਿਹੜਾ ਬਾਹਰੋਂ ਮੰਗਵਾ ਰਿਹਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸਾਨੂੰ ਜ਼ਿਆਦਾ ਇਸ ਖੇਤਰ ਦੇ ਵਿੱਚ ਜੋ ਇੰਪੋਰਟ ਦੀ ਗੱਲ ਕਰੀਏ, ਇੰਪੋਰਟ ਹੋਣ ਦੀ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਪਰ ਜੇ ਗੱਲ ਕਰਦੇ ਹਾਂ ਅਸੀਂ ਭਾਰਤ ਦੀ, ਜੇ ਭਾਰਤ ਦੇ ਵਿੱਚ ਇੱਥੇ ਦੀ ਕਿਤੇ ਨਾ ਕਿਤੇ ਮਾਈਨਿੰਗ ਦੇ ਵਿੱਚ ਜਿਵੇਂ ਯੂਟੀ ਦੀ ਗੱਲ ਕਰੀਏ, ਜੇ 57 ਲੱਖ ਟਨ ਦੀ ਇੰਨੀ ਜ਼ਿਆਦਾ ਵੱਡਾ ਭੰਡਾਰ ਸਾਨੂੰ ਨਜ਼ਰ ਆ ਰਿਹਾ, ਔਰ ਉੱਥੇ ਮੌਜੂਦਾ ਰਿਪੋਰਟ ਦੇ ਅਨੁਸਾਰ ਕਿਤੇ ਨਾ ਕਿਤੇ ਹੋਰ ਵੀ ਖਣਿਜਾਂ ਜੋ ਸਾਨੂੰ ਮਿਲੇ ਨੇ, ਜੇ ਸਾਨੂੰ ਇੱਥੇ ਉਪਲਬਧ ਹੋ ਜਾਂਦੇ ਨੇ ਤਾਂ ਉਹ ਰੈਵੋਲੂਸ਼ਨ ਆਉਣਾ ਹੀ ਆਉਣਾ। ਕਿਤੇ ਨਾ ਕਿਤੇ ਮੂਲ ਆਧਾਰ 'ਤੇ ਉਹਦਾ ਫਾਇਦਾ ਕਿਤੇ ਨਾ ਕਿਤੇ ਆਮ ਜਨਤਾ ਨੂੰ ਹੀ ਹੋਣਾ, ਕਿਉਂਕਿ ਜ਼ਿਆਦਾਤਰ ਇਸ ਬੋਡੀ ਸਟਰਕਚਰ ਜੋ ਹੈ, ਤੁਸੀਂ ਗੱਲ ਆਖਦੇ ਹੋ ਇੰਡਸਟਰੀਜ਼ ਨੇ ਕਿਤੇ ਨਾ ਕਿਤੇ ਕਿਸ ਪੈਰਾਮੀਟਰ 'ਤੇ ਲੈ ਕੇ ਜਾਣੀ ਆ, ਉਹਦਾ ਕਿਸ ਸਕੇਲ 'ਤੇ ਆਪਣੇ ਆਪ ਨੂੰ ਫਾਸਟ ਪ੍ਰੋਡਕਸ਼ਨਸ ਕਰਨੀਆਂ ਨੇ, ਉਹਦੇ ਲਈ ਕਿਤੇ ਨਾ ਕਿਤੇ ਰਾਅ ਮਟੀਰੀਅਲ ਦੀ ਉਹਨਾਂ ਨੂੰ ਜ਼ਰੂਰਤ ਰਹਿੰਦੀ ਹੈ। ਤੇ ਉਹ ਰਾਅ ਮਟੀਰੀਅਲ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਜੇ ਖਣਿਜਾਂ ਜੋ ਲਿਥੀਅਮ ਆਇਨ ਬੈਟਰੀਆਂ ਜੋ ਇੱਥੇ ਉਪਲਬਧ ਹੋ ਜਾਣਗੀਆਂ, ਉਹਦੀ ਉਹ ਇੱਕ ਚੇਨ ਸਿਸਟਮ ਜੁੜ ਜੂਗਾ। ਉਹ ਕਿਤੇ ਨਾ ਕਿਤੇ ਲੋਜਿਸਟਿਕਸ 'ਚ ਵੀ ਉਹਨੂੰ ਫਾਇਦਾ ਮਿਲੂਗਾ, ਸਪਲਾਈ ਚੇਨ ਜਦੋਂ ਫਾਸਟ ਹੋ ਜਾਣੀ ਹੈ, ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਜੋ ਟੈਕਨੋਲੋਜੀ ਨਾਲ ਆਪਣੇ ਆਪ ਨੂੰ ਅੱਗੇ ਵੀ ਲੈ ਜਾ ਸਕਦੇ ਨੇ ਪ੍ਰਬੰਧਨ ਦੇ ਵਿੱਚ। ਵਿਨੇ ਜੀ, ਜਿਹੜਾ ਇਲੈਕਟ੍ਰਿਕ ਵਹੀਕਲ ਹੈ, ਮੈਨੂੰ ਲੱਗਦਾ ਹੈ, ਔਰ ਵੈਸੇ ਸਰਕਾਰਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਇਲੈਕਟ੍ਰਿਕ ਵਹੀਕਲ ਖਰੀਦਣ ਜਾਣ ਵਾਲਾ ਜਿਹੜਾ ਗਾਹਕ ਹੈਗਾ, ਉਹ ਡੀਲਰ ਜੇ ਉਹਨੂੰ ਇਹ ਆਪਸ਼ਨ ਦੇਵੇ ਕਿ ਤੁਸੀਂ ਇਲੈਕਟ੍ਰਿਕ ਵਹੀਕਲ ਸਾਡੇ ਕੋਲੋਂ ਲੈ ਜਾਓ ਤਾਂ ਬੈਟਰੀ ਜਿੱਥੋਂ ਮਰਜ਼ੀ ਪਵਾ ਲਓ ਜਾ ਕੇ, ਯਾਨੀ ਬੈਟਰੀ ਅਲੱਗ ਤੋਂ ਪੈਣ ਵਾਲੀ ਅਦਲਾ ਬਦਲੀ ਜਿਹਨੂੰ ਆਪਾਂ ਕਹਿੰਦੇ ਆ, ਜੇ ਅਦਲਾ ਬਦਲੀ ਵਾਲਾ ਸਿਸਟਮ ਹੋ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਪ੍ਰਮੋਸ਼ਨ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਉਹ ਈਜ਼ੀਨੈਸ ਹੋ ਸਕਦੀ ਹੈ, ਜ਼ਿਆਦਾ ਆਸਾਨੀ ਹੋ ਸਕਦੀ ਹੈ ਕਿ ਜਿਹੜਾ ਬੰਦਾ, ਕਿਉਂਕਿ ਅੱਜ ਆਪਾਂ ਜਦੋਂ ਜਾਂਦੇ ਆ ਤੇ ਆਪਾਂ ਇਹ ਕਹਿੰਦੇ ਕਿ ਯਾਰ ਅਸੈਸਰੀ ਮੈਨੂੰ ਨਹੀਂ ਚਾਹੀਦੀ, ਠੀਕ ਹੈ, ਇਹ ਮੈਂ ਬਾਹਰੋਂ ਲਵਾ ਲੂੰਗਾ, ਕਿਉਂਕਿ ਜਿਹੜੀ ਏਜੰਸੀ ਤੋਂ ਚੀਜ਼ ਪੈਣੀ ਹੈ ਉਹ ਥੋੜੀ ਮਹਿੰਗੀ ਪੈਣੀ ਹੈ, ਬਾਹਰੋਂ ਉਹ ਥੋੜੀ ਸਸਤੀ ਪੈਣੀ ਹੈ, ਔਰ ਆਪਣੀ ਮਰਜ਼ੀ ਦੀ ਪਵਾ ਲਓਗੇ ਤੁਸੀਂ। ਤੇ ਇਹ ਬੈਟਰੀ ਹਾਲਾਂਕਿ ਅਸੈਸਰੀ 'ਚ ਗਿਣਤੀ ਨਹੀਂ ਆਏਗੀ, ਕਿਉਂਕਿ ਬੈਟਰੀ ਬਗੈਰ ਤਾਂ ਚੱਲਣਾ ਹੀ ਨਹੀਂ ਹੈਗਾ, ਬਾਹਰ ਹੀ ਨਹੀਂ ਨਿਕਲਣਾ, ਲੇਕਿਨ ਉਹਦੇ 'ਚ ਇਹ ਹੋ ਸਕਦਾ ਹੈ ਕਿ ਜਿਹੜੀ ਏਜੰਸੀ ਹੈ, ਏਜੰਸੀ ਦੇ ਨਾਲ ਹੀ ਬੈਟਰੀ ਦਾ ਡੀਲਰ ਵੀ ਹੋ ਸਕਦਾ ਹੈ ਕਿ ਜੀ ਮੈਂ ਬੈਟਰੀ ਜਿਹੜੀ ਹੈ ਉਹ ਆਪਣੀ ਮਰਜ਼ੀ ਨਾਲ ਪਵਾ ਲਊਂਗਾ, ਤੁਸੀਂ ਇਹ 'ਚ ਦੱਸੋ ਕਿ ਬੈਟਰੀ 'ਚ ਤੁਸੀਂ ਕੀ ਘਟਾ ਸਕਦੇ ਹੋ। ਤੇ ਸਰਕਾਰਾਂ ਵੀ ਇਸ ਚੀਜ਼ ਨੂੰ ਕੋਸ਼ਿਸ਼ ਕਰਨੀ, ਇਹਦੀ ਪੋਸੀਬਿਲਿਟੀ ਹੈਗੀ ਹੈ। ਬਿਲਕੁਲ ਜੀ, ਇਹ ਬਿਨੇ ਜੀ ਤੁਹਾਡੇ ਪਿਛਲੇ ਸਵਾਲ ਦਾ ਇਹਦੇ ਵਿੱਚ ਫਿਰ ਤੋਂ ਜਵਾਬ ਇੱਕ ਆ ਗਿਆ। ਜੋ ਤੁਸੀਂ ਗੱਲ ਆਖਦੇ ਸੀਗੇ ਕਿਤੇ ਨਾ ਕਿਤੇ ਪਾਵਰ ਸਟੇਸ਼ਨਾਂ ਦੇ ਟਾਈਮ ਲੱਗਣ ਦੀ ਗੱਲ ਕਰਦੇ ਸੀਗੇ, ਔਰ ਮੈਂ ਇਹਦੇ ਤੇ ਫਿਰ ਦੁਬਾਰਾ ਤੋਂ ਆਖ ਰਿਹਾ ਸੀ, ਜੋ ਸਾਊਥ ਕੋਰੀਆ ਜਾਂ ਯੂਰਪੀਅਨ ਸਟੈਂਡਰਡ ਦੀ ਅਸੀਂ ਗੱਲ ਆਖੀ ਹੈ, ਉੱਥੇ ਆਲਰੇਡੀ ਇਹਦੇ ਬਹੁਤ ਅੱਛੀ ਉਹਨਾਂ ਨੇ ਅਲਟਰਨੇਟ ਖੋਜੇ ਨੇ, ਉਹਦੇ ਵਿੱਚ ਬੈਟਰੀ ਬਦਲੀਆਂ ਹੀ ਜਾਂਦੀਆਂ ਨੇ। ਉੱਥੇ ਜੋ ਪਾਵਰ ਸਟੇਸ਼ਨਸ ਲੱਗੇ ਨੇ ਆਲਰੇਡੀ, ਉੱਥੇ ਪੋਰਟ ਦੇ ਵਿੱਚ ਬੈਟਰੀਆਂ ਚਾਰਜ ਨੇ, ਉਹਨਾਂ ਨੇ ਜੋ ਚਾਰਜ ਬੈਟਰੀਆਂ ਉਹ ਕੱਢ ਲੈਣੀਆਂ ਨੇ, ਔਰ ਜੋ ਡਿਸਚਾਰਜ ਆਪਣੀ ਬੈਟਰੀ ਹੈ ਉਹਦੇ ਵਿੱਚ ਵਾਪਸ ਪਾ ਦੇਣੀ ਹੈ। ਆਟੋਮੈਟਿਕ ਸਿਸਟਮ ਹੈ, ਉੱਥੇ ਟੋਕਨ ਜਨਰੇਟ ਹੋ ਜਾਂਦਾ, ਡਿਜੀਟਲ ਸਾਰਾ ਕੰਮ ਹੈ। ਉੱਥੇ ਜਾ ਕੇ ਉਹਨੇ ਬੰਦੇ ਨੇ ਟੱਚ ਕਰਨਾ, ਉਹ ਪੋਰਟ ਦੇ ਵਿੱਚ ਪਾ ਦੇਣੀ ਆ, ਕਿਤੇ ਨਾ ਕਿਤੇ ਉਹਦੇ ਵਿੱਚੋਂ ਵਾਪਸ ਕੱਢ ਕੇ ਆਪਣੇ 'ਚ ਪਾ ਲੈਣੇ, ਉਹ ਗਾਹਾਂ ਆਪਣੇ ਸਫ਼ਰ ਨੂੰ ਜਾਰੀ ਰੱਖਦੇ ਨੇ। ਇਹਦੇ ਵਿੱਚ ਇਹ ਚੀਜ਼ਾਂ ਤੇ ਪਹਿਲਾਂ ਹੀ ਕੰਮ ਹੋ ਚੁੱਕਿਆ, ਤੇ ਇਹ ਤੇ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਲੋਕਾਂ ਲਈ ਹੋਰ ਸਪੀਡ ਅਪ ਇਹਨੂੰ ਕਰ ਦੇਣਾ, ਤੇ ਇਹ ਸਪੀਡ ਅਪ ਹੋਣ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਮੂਲ ਆਧਾਰ 'ਤੇ ਇਹਦਾ ਫਾਇਦਾ ਮਿਲਣਾ ਹੀ ਹੈ। ਬਿਨੇ ਜੀ, ਜਿੱਦਾਂ ਆਪਾਂ ਬੈਟਰੀ ਦੀ ਅਦਲਾ ਬਦਲੀ ਦੀ ਗੱਲ ਕਰ ਰਹੇ ਹਾਂ,
ਤੇ ਜ਼ਾਹਿਰ ਹੈ ਕਿ ਜੇ ਕਿਸੇ ਕੋ ਮੰਨ ਲਓ ਮੇਰੇ ਕੋਲ ਇਲੈਕਟ੍ਰਿਕ ਵਹੀਕਲ ਹੈ ਔਰ ਉਹਦੇ 'ਚ ਬੈਟਰੀਆਂ ਲੱਗੀਆਂ ਹੋਈਆਂ, ਲੇਕਿਨ ਉਹਦੀ ਜਿਹੜੀ ਹੈ ਬੁਨਿਆਦ ਜਿਹੜੀ ਹੈ ਉਹ ਖਤਮ ਹੋਣ ਵਾਲੀ ਹੈ। ਉਹ ਕਹਿੰਦਾ ਕਿ ਜੀ ਇਹ ਹੁਣ ਬੈਟਰੀ ਦੀ ਬੁਨਿਆਦ ਖਤਮ ਹੋਣ ਵਾਲੀ, ਤੇ ਇਹਨੂੰ ਜ਼ਾਹਿਰ ਹੈ ਕਿ ਇਹਨੂੰ ਬਦਲਣ ਵਾਸਤੇ ਵੀ ਆਪ ਤਾਂ ਬਦਲੀ ਨਹੀਂ ਜਾ ਸਕਦੀ, ਬਦਲਣ ਵਾਸਤੇ ਵੀ ਇੱਕ ਪਾਰਟੀਕੂਲਰ ਜਗ੍ਹਾ ਚਾਹੀਦੀ ਹੈ, ਪਾਰਟੀਕੂਲਰ ਮਿਸਤਰੀ ਚਾਹੀਦਾ, ਔਰ ਹੋ ਸਕਦਾ ਕਿ ਉਹਦੇ ਕੋਲ ਬੈਟਰੀਆਂ ਨਾ ਹੋਣ, ਉਹ ਅੱਗੋਂ ਡੀਲਰ ਤੋਂ ਖਰੀਦੇ। ਤੇ ਇਹ ਸਾਰਾ ਜਿਹੜੇ ਇੱਕ ਚੇਨ ਬਣਾਉਣ ਵਾਸਤੇ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ, ਕਿਉਂਕਿ ਦਿੱਲੀ ਸਰਕਾਰ ਨੇ ਪਿੱਛੇ ਜਿਹੜਾ BSS ਹੈਗਾ ਇਸ ਨੂੰ ਪ੍ਰਮੋਟ ਕਰਨ ਵਾਸਤੇ ਪੱਟੇ ਤੇ ਦੇਣੀ ਸ਼ੁਰੂ ਕੀਤੀਆਂ ਵਾ, ਮਤਲਬ ਜਿਹੜੀਆਂ ਥਾਵਾਂ, ਔਰ ਬਹੁਤ ਸਟਾਰਟਅਪ ਸਥਾਪਿਤ ਕਰਨ ਵਾਸਤੇ ਦਿੱਲੀ ਸਰਕਾਰ ਕਾਫੀ ਕੋਸ਼ਿਸ਼ ਕਰ ਰਹੀ, ਕੇਂਦਰ ਸਰਕਾਰ ਨੇ ਵੀ ਇਹ ਕੋਸ਼ਿਸ਼ ਕੀਤੀ ਹੈ। ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਕੀ ਭਵਿੱਖ ਦੇਖਦੇ ਹੋ? ਬਿਲਕੁਲ ਜੀ, ਦੇਖੋ ਵਿਨੀ ਜੀ ਆਲਰੇਡੀ ਇਸ ਫੀਲਡ ਦੇ ਜਿਹੜੇ ਮਾਹਰ ਹੈਗੇ ਨੇ, ਜਿੱਥੇ ਜਦੋਂ ਅਸੀਂ ਸਪੀਡ ਅਪ ਕਰਨੀਆਂ ਨੇ ਚੀਜ਼ਾਂ ਨੂੰ, ਟੈਸਲਾ ਵਰਗੀਆਂ ਕੰਪਨੀਆਂ ਹੈਗੀਆਂ, ਹੋਰ ਵੀ ਇਲੈਕਟ੍ਰੀਕਲ ਦੀਆਂ ਜੋ ਕੰਪਨੀਆਂ ਜੋ ਵਿਦੇਸ਼ਾਂ ਦੇ ਵਿੱਚ ਆਲਰੇਡੀ ਆਪਣੇ ਝੰਡੇ ਗੱਡ ਚੁੱਕੀਆਂ ਨੇ, ਔਰ ਵੋਕਸਵੈਗਨ ਵਰਗੀਆਂ ਜੋ ਕੰਪਨੀਆਂ ਨੇ ਇਹ ਕੋਪਰਾ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਐਸੋਸੀਏਟ ਹੋ ਕੇ ਨੈਕਸਟ ਲੈਵਲ ਤੇ ਕਿਤੇ ਨਾ ਕਿਤੇ ਹੋਰ ਵੀ ਆਪਣੀ ਟੈਕਨੋਲੋਜੀ ਨਵੀਂ ਲੈ ਕੇ ਆਉਂਦੀਆਂ, ਜੋ ਇਸ ਫੀਲਡ ਦੇ ਮਾਹਰ ਐਕਸਪਰਟ ਕੰਪਨੀਜ਼ ਨੇ ਉਹ ਇਹਦਾ ਅਲਟਰਨੇਟ ਸੋਲੂਸ਼ਨਸ ਕੱਢ ਰਹੀਆਂ ਨੇ। ਤੇ ਉਹੀ ਜੋ ਤੁਸੀਂ ਚੇਨ ਸਿਸਟਮ ਦੀ ਗੱਲ ਕਰਦੇ ਹੋ, ਸਪਲਾਈ ਚੇਨ ਦੀ ਗੱਲ ਕਰਦੇ ਹੋ, ਉਹਨਾਂ ਦੀ ਮੈਨੇਜਮੈਂਟ ਜਦੋਂ ਇਹਦੇ ਵਿੱਚ ਐਕਚੁਅਲ ਰੂਪ ਦੇ ਵਿੱਚ ਆ ਜਾਣੀ ਹੈ, ਇਹਨੂੰ ਸਪੀਡ ਅਪ ਕਰਨਾ ਔਖਾ ਨਹੀਂ ਹੈ। ਕਿਤੇ ਕਿਤੇ ਕੰਜ਼ਿਊਮਰ ਨੂੰ ਸਾਡੇ ਕੰਜ਼ਿਊਮਰ ਨੂੰ ਫਾਇਦਾ ਸਿੱਧੇ ਰੂਪ ਦੇ ਵਿੱਚ ਉਹਦਾ ਪਹੁੰਚਣਾ। ਔਰ ਇਸ ਬੈਟਰੀਆਂ ਦੀ ਗੱਲ ਕਰੀਏ, ਰੀਸਾਈਕਲੇਬਲ ਵੀ ਹੈਗੀਆਂ ਨੇ, ਹੋਰ ਵੀ ਕਈ ਫਾਇਦੇ ਹੈਗੇ ਨੇ। ਉਹਦੀ ਸਾਰੀ ਕੈਲਕੂਲੇਸ਼ਨ ਜੋ ਹੈ, ਜਦੋਂ ਤੁਸੀਂ ਐਗਜੀਕਿਊਸ਼ਨ ਕਰਦੇ ਹੋ, ਨਵੀਂ ਇਨੋਵੇਸ਼ਨ ਨੂੰ ਐਗਜੀਕਿਊਟ ਕਰਦੇ ਹੋ, ਤਾਂ ਉਹਦੇ ਰੈਲੀਵੈਂਟ ਜੋ ਇੰਡਸਟਰੀਜ਼ ਖੇਤਰ ਹੈਗਾ ਉਹ ਆਪਣਾ ਰੋਲ ਨਿਭਾਊਗਾ। ਤੇ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਾਨੂੰ ਨਹੀਂ ਲੱਗਦਾ ਕੋਈ ਵੱਡੀ ਕੋਈ ਚੈਲੰਜ ਜਾਂ ਕੋਈ ਪ੍ਰੋਬਲਮਸ ਹੈ ਇਹਦੀ ਖੇਤਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੂ। ਅਵਿਨੇ ਜੀ, ਤੁਹਾਡੀਆਂ ਜਿਹੜੀਆਂ ਹੁਣ ਸਾਨੂੰ ਜਿੰਨਾ ਵੀ ਤੁਸੀਂ ਜਾਣਕਾਰੀ ਸਾਨੂੰ ਦਿੱਤੀ, ਉਹ ਤੋਂ ਇਹ ਲੱਗ ਰਿਹਾ ਹੈ ਕਿ ਇਲੈਕਟ੍ਰਿਕ ਵਹੀਕਲਸ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਵਹੀਕਲਸ ਨਾਲੋਂ ਵੱਧ ਹਰ ਸ਼ਹਿਰ 'ਚ ਦੇਖਣ ਨੂੰ ਮਿਲ ਜਾਣਗੇ, ਖਾਸ ਕਰ ਜਿਹਨਾਂ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ, ਜਿੱਦਾਂ 5 ਸ਼ਹਿਰ ਆਪਾਂ ਪੰਜਾਬ ਦੇ ਗਿਣਾਏ ਸੀਗੇ, ਤੇ ਨਾਲ ਲੱਗਦੇ UP ਦੇ ਦਿੱਲੀ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ। ਖੈਰ ਹਿਮਾਚਲ ਦੇ ਵਿੱਚ ਤਾਂ ਨਹੀਂ ਇੰਨਾ ਪੋਲਿਊਸ਼ਨ ਹੈਗਾ, ਲੇਕਿਨ ਇਹ ਜਿਹੜੇ ਸ਼ਹਿਰ ਨੇ ਇਹਨਾਂ ਦੇ ਵਿੱਚ ਪੋਲਿਊਸ਼ਨ ਜਿਹੜੇ ਬਿਲਕੁਲ ਐਡਜੋਇਨਿੰਗ ਹੈ, ਕਿਉਂਕਿ ਇਹ ਸ਼ਹਿਰ ਰਾਜਸਥਾਨ ਹੋ ਗਿਆ, ਦਿੱਲੀ ਹੋ ਗਿਆ, ਹਰਿਆਣਾ ਹੋ ਗਿਆ, UP ਹੋ ਗਿਆ ਔਰ ਪੰਜਾਬ ਹੋ ਗਿਆ। ਇਹ ਸਾਰੇ ਐਡਜੋਇਨਿੰਗ ਸ਼ਹਿਰ ਨੇ, ਹਿਮਾਚਲ ਵੀ ਵਿੱਚ ਹੀ ਹੈ ਔਰ ਜੰਮੂ ਕਸ਼ਮੀਰ ਵੀ ਵਿੱਚ ਹੀ। ਲੇਕਿਨ ਇਹਨਾਂ ਦੋਨਾਂ ਥਾਵਾਂ 'ਤੇ ਕਿਉਂਕਿ ਇਹ ਹਿਲ ਸਟੇਸ਼ਨ ਨੇ, ਇੱਥੇ ਪੋਲਿਊਸ਼ਨ ਦਾ ਇੰਨਾ ਨਹੀਂ ਹੈਗਾ ਦਬਾਅ, ਜਿੰਨਾ ਦਬਾਅ ਜਿਹੜਾ ਇਹਨਾਂ ਸ਼ਹਿਰਾਂ ਦੇ ਵਿੱਚ। ਜਿਸ ਤਰ੍ਹਾਂ ਹੁਣ ਚੰਡੀਗੜ੍ਹ ਪੰਜਾਬ ਦਾ ਇੱਕ ਰਾਜਧਾਨੀ ਦਾ ਸ਼ਹਿਰ ਹੈ, ਉੱਥੇ ਪੋਲਿਊਸ਼ਨ ਨੂੰ ਰੋਕਣ ਵਾਸਤੇ ਜਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਉਹ ਇਹਨਾਂ ਸ਼ਹਿਰਾਂ 'ਚ ਨਹੀਂ ਹੁੰਦੇ। ਜਾਂ ਕਹਿ ਲਓ ਕਿ ਇਹ ਪ੍ਰਸ਼ਾਸਨ ਦੀ ਢਿੱਲ ਹੈ, ਤੇ ਜਾਂ ਇਹ ਕਹਿ ਲਓ ਕਿ ਇਹਦੇ 'ਚ ਮੋਨੀਟਰਿੰਗ ਘੱਟ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਲੈਕਟ੍ਰਿਕ ਵਹੀਕਲ ਆ ਜਾਂਦੇ ਨੇ ਔਰ ਇੰਡੈਕਸ ਜਿਹੜਾ ਹੈਗਾ, ਠੀਕ ਹੈ ਨਾ, ਜਿਹੜਾ ਇੰਡੈਕਸ ਹੈਗਾ ਪ੍ਰਦੂਸ਼ਣ ਦਾ ਉਹ ਥੱਲੇ ਨਹੀਂ ਆਉਂਦਾ, ਤੇ ਇਸ ਦਾ ਹੋਰ ਫਿਰ ਕੀ ਹਾਲ ਹੈ? ਬਿਲਕੁਲ ਜੀ, ਦੇਖੋ ਨਹੀਂ ਡੈਫੀਨੇਟਲੀ ਇਹ ਇੰਡੈਕਸ ਆਣਾ ਹੀ ਆਣਾ। ਦੇਖੋ ਇਲੈਕਟ੍ਰੀਕਲ ਵਹੀਕਲ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਔਰ ਇਹਦੇ ਤੇ ਆਲਰੇਡੀ ਕੰਮ ਕਰ ਰਹੇ ਨੇ। ਤੇ ਇਹਦੇ ਤੇ ਸੋਲਰ, ਮੈਂ ਜੇ ਲੀਥੀਅਮ ਆਇਨ ਬੈਟਰੀਆਂ ਦੀ ਗੱਲ ਕਰਦਾ ਸੀ, ਜਿਹਦੇ ਭੰਡਾਰ ਸਾਨੂੰ ਮਿਲੇ ਨੇ ਇਸ ਖੇਤਰ ਦੇ ਵਿੱਚ, ਭਾਰਤ ਦੇ ਵਿੱਚ ਮਿਲੇ ਨੇ ਇਹ ਖਣਿਜ, ਕਿਤੇ ਨਾ ਕਿਤੇ ਫਿਰ ਉਹਦੇ ਰੈਲੀਵੈਂਟ ਜੋ ਹੈ ਸੋਲਰ ਪੈਨਲ ਜੋ ਹੈ, ਜਿੱਥੇ ਸਾਨੂੰ ਜੋ ਬਿਜਲੀਜ਼ ਮਿਲਦੀਆਂ ਨੇ, ਉਹ ਕਿਤੇ ਨਾ ਕਿਤੇ ਉਹ ਵੀ ਰੋਲ ਅਦਾ ਕਰ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਿੰਡ ਐਨਰਜੀਜ਼ ਹੈਗੀਆਂ, ਜੋ ਤੁਸੀਂ ਗੱਲ ਕਰਦੇ ਹੋ ਵਿੰਡ ਐਨਰਜੀ ਕੰਮ ਕਰ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਸਾਇੰਟਿਸਟ ਵਾਟਰ ਤੇ ਪਾਣੀ ਤੇ ਕਾਰਾਂ ਦਾ ਜੋ ਕਿਤੇ ਨਾ ਕਿਤੇ ਕੰਮ ਕਰ ਰਹੇ ਨੇ, ਵਾਟਰ ਤੋਂ ਐਨਰਜੀ ਕਿਸ ਤਰ੍ਹਾਂ ਪ੍ਰੋਡਿਊਸ ਕਰੀ ਜਾਵੇ। ਹੋਰ ਵੀ ਟੈਕਨੋਲੋਜੀ ਨਵੀਆਂ ਇਵੋਲਵ ਹੁੰਦੀਆਂ ਰਹਿਣਗੀਆਂ, ਔਰ ਜਦੋਂ ਟੈਕਨੋਲੋਜੀ ਇਵੋਲਵ ਹੋ ਜਾਂਦੀ ਹੈ, ਜੋ ਮੈਂ ਤੁਹਾਨੂੰ ਗੱਲ ਕਰਦਾ ਸੀਗਾ ਆਇਰਨ 에ਅਰ ਬੈਟਰੀ ਦੀ ਗੱਲ ਕਰਦਾ ਸੀਗਾ, ਉਹ ਵੀ ਪੋਲੂਸ਼ਨ ਫਰੀ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਕਰੂਗੀ। ਤੇ ਉਹਦੇ ਰਿਪੋਰਟਸ ਜਾਰੀ ਹੋਈਆਂ ਨੇ, ਸਾਇੰਟਿਸਟ ਆਏ ਦਿਨ ਉਹਦੇ ਰਿਸਰਚ ਚੱਲ ਰਹੀ ਹੈ। ਤੇ ਇਹ ਸਾਰੀਆਂ ਜੋ ਨਵੀਂ ਇਨੋਵੇਸ਼ਨਸ ਹੈ ਉਹ એનર્ਜੀ ਸਸਟੇਨੇਬਿਲਿਟੀ 'ਤੇ ਹੀ ਕੰਮ ਕਰਦੀਆਂ। ਆਲਰੇਡੀ ਯੂਰਪ ਦੇ ਵਿੱਚ ਉਹ ਚੀਜ਼ਾਂ ਕਿਤੇ ਨਾ ਕਿਤੇ ਟ੍ਰਾਇਲ 'ਚ ਪਾਸ ਹੋਈਆਂ ਨੇ, ਤਾਂ ਉਹ ਪਹਿਲਾਂ ਪਾਸ ਹੁੰਦੀਆਂ, ਫਿਰ ਉਹਨੂੰ ਕਮਰਸ਼ੀਅਲੀ ਉਸ ਲੈਵਲ 'ਤੇ ਮਾਸ ਪ੍ਰੋਡਕਸ਼ਨ ਦੇ ਵਿੱਚ ਲੈ ਕੇ ਆਇਆ ਜਾਂਦਾ। ਉਹਦੇ ਵਾਰ-ਵਾਰ ਟ੍ਰਾਇਲਸ ਹੁੰਦੀਆਂ ਵੀ ਨਹੀਂ ਜੀ। ਤੇ ਕਿਤੇ ਨਾ ਕਿਤੇ ਇਹਦਾ ਅਲਟਰਨੇਟਸ ਖੁਦ ਹੀ ਦੱਸਿਆ, ਟੈਕਨੋਲੋਜੀ ਨੇ ਹੀ ਇਹਦਾ ਇੱਕ ਅਲਟਰਨੇਟ ਕੱਢਿਆ, ਟੈਕਨੋਲੋਜੀ ਨੇ ਹੀ ਪੋਲੂਸ਼ਨ ਕ੍ਰੀਏਟ ਕਰਿਆ, ਤਾਂ ਟੈਕਨੋਲੋਜੀ ਨੇ ਹੀ ਇਹਦਾ ਇੱਕ ਅਲਟਰਨੇਟ ਕੱਢਿਆ। ਔਰ ਉਹ ਰਿਸਰਚਾਂ ਦੇ ਰਾਹੀਂ ਅਸੀਂ ਨੈਚੁਰਲ ਰਿਸੋਰਸਿਸ ਆ, ਜੋ 에ਅਰ ਹਵਾ, ਜੋ ਸਾਡੇ ਲਈ ਪਾਣੀ ਹੈ, ਜੋ ਸਾਨੂੰ ਫ੍ਰੀ ਉਪਲਬਧ ਹੈ, ਉਹਨੂੰ ਅਸੀਂ ਕਿਤੇ ਨਾ ਕਿਤੇ એનર્ਜੀ 'ਚ ਕਨਵਰਟ ਕਰਕੇ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ। ਵਿਨੀ ਜੀ, ਜਿਹੜਾ ਪੋਲਿਊਸ਼ਨ ਹੈ, ਪੋਲਿਊਸ਼ਨ ਇਕੱਲਾ ਵਹੀਕਲਸ ਤੋਂ ਨਹੀਂ ਹੈ,
ਪੋਲਿਊਸ਼ਨ ਇੰਡਸਟਰੀ ਤੋਂ ਵੀ ਹੈ, ਪੋਲਿਊਸ਼ਨ ਦੇ ਹੋਰ ਕਈ ਵਜ੍ਹਾਵਾਂ ਨੇ, ਲੇਕਿਨ ਆਪਾਂ ਇੰਡਸਟਰੀ ਤੋਂ ਪੋਲਿਊਸ਼ਨ ਜਿਹੜਾ ਆ ਉਹ ਤਕਰੀਬਨ ਖਤਮ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਤੇ ਇਲੈਕਟ੍ਰਿਕ ਵਹੀਕਲ ਦਾ ਕੱਲਾ ਆਪਾਂ ਹੱਲ ਜੇ ਲੱਭ ਲਿਆ ਕਿ ਇਲੈਕਟ੍ਰਿਕ ਵਹੀਕਲ ਆ ਜਾਣ, ਕਿਉਂਕਿ ਜਿਹੜਾ ਪਬਲਿਕ ਟਰਾਂਸਪੋਰਟ ਹੈ, ਬੱਸਾਂ ਹੋ ਗਈਆਂ, ਟਰੱਕ ਹੋ ਗਏ ਜਾਂ ਹੋਰ ਜਿਹੜੇ ਭਾਰੇ ਵਾਹਨ ਹੈਗੇ ਆ, ਉਹਨਾਂ ਤੋਂ ਸਭ ਤੋਂ ਜ਼ਿਆਦਾ ਪੋਲਿਊਸ਼ਨ ਹੁੰਦਾ। ਕਾਰ ਤੇ ਇੰਨਾ ਪੋਲਿਊਸ਼ਨ ਨਹੀਂ ਛੱਡਦੀ, ਲੇਕਿਨ ਇਹ ਜਿਹੜੇ ਵੱਡੇ ਇਹਦਾ ਹੱਲ ਆਪਾਂ ਕਰ ਰਹੇ ਹਾਂ। ਤੇ ਕੀ ਇਕੱਲਾ ਇਲੈਕਟ੍ਰਿਕ ਵਹੀਕਲ ਹੀ ਇਹਦਾ ਬਦਲ ਹੈ? ਕਾਰਖਾਨੇ ਜਿਹੜਾ ਹੈਗਾ ਉਹਨਾਂ ਦਾ ਕੋਈ ਬਦਲ ਨਹੀਂ ਹੈ? ਬਿਲਕੁਲ ਜੀ, ਇਹ ਸਵਾਲ ਬਹੁਤ ਵਧੀਆ ਸਵਾਲ ਸਾਡੇ ਦਰਸ਼ਕਾਂ ਲਈ ਵਿਨੇ ਜੀ ਨੇ ਪੁੱਛਿਆ। ਤੇ ਜੋ ਤੁਸੀਂ ਇਹੀ ਗੱਲ ਆਖਦੇ ਹੋ, ਜਦ ਮੈਂ ਕਹਿ ਰਿਹਾ ਸੀਗਾ ਇਲੈਕਟ੍ਰੀਕਲ ਵਹੀਕਲ ਦਾ ਮਤਲਬ ਕੀ ਹੈ, ਸਾਨੂੰ ਬੈਟਰੀ ਦੀ ਜ਼ਰੂਰਤ ਹੈ। ਬੈਟਰੀ ਦਾ ਮਤਲਬ ਕੀ ਹੈ, ਸਾਨੂੰ ਉਹ ਐਲੀਮੈਂਟਸ ਦੀ ਜੋ ਉੱਥੇ ਜ਼ਿਆਦਾ ਰੂਪ ਵਿੱਚ ਕੰਪਾਊਂਡ 'ਚ ਪਾਇਆ ਜਾਂਦਾ, ਲੀਥੀਅਮ ਆਇਨ ਦੀ ਸਾਨੂੰ ਖਣਿਜ ਦੀ ਜ਼ਰੂਰਤ ਹੈ। ਜਦੋਂ ਉਹ ਲੀਥੀਅਮ ਆਇਨ ਖਣਿਜ ਸਾਨੂੰ ਮਿਲਦਾ ਹੈ, ਜੋ એનર્ਜੀ ਨੂੰ ਬੈਟਰੀਆਂ ਕੀ ਕਰ ਰਹੀਆਂ ਨੇ, ਸਟੋਰ ਕਰ ਰਹੀਆਂ। ਔਰ ਇੰਡਸਟਰੀਜ਼ ਦੇ ਵਿੱਚ ਕੀ ਹੁੰਦਾ ਸੀਗਾ, ਇੰਡਸਟਰੀ ਨੂੰ ਬਹੁਤ ਵੱਡੀ ਇੱਕ ਦਿੱਕਤ ਆਉਂਦੀ ਸੀ, ਪਾਵਰ ਦੀ, ਬਿਜਲੀ ਦੀ ਦਿੱਕਤ ਆਉਂਦੀ ਸੀ, ਕਿਉਂਕਿ ਬਿਜਲੀ ਦੀ ਫਲਕਚੁਏਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਮੈਂ ਤੁਹਾਨੂੰ ਆਲਰੇਡੀ ਦੱਸਿਆ, ਜੋ ਲੋਡ ਦੀ ਬਹੁਤ ਵੱਡੀ ਇੱਕ ਦਿੱਕਤ ਹੁੰਦੀ ਸੀ। ਤਾਂ ਇੰਡਸਟਰੀਆਂ ਕੀ ਕਰਦੀਆਂ ਸੀਗੀਆਂ, ਉਹ ਆਪਣੇ ਪਾਵਰ ਸਟੇਸ਼ਨ ਆਪ ਖੜੇ ਕਰਦੇ, 10 ਮੈਗਾਵਾਟ ਦਾ, 20 ਮੈਗਾਵਾਟ ਦੇ, 50 ਇੱਦਾਂ ਕਰਕੇ ਉਹ ਛੋਟੇ ਛੋਟੇ ਆਪਣੇ ਪਾਵਰ ਸਟੇਸ਼ਨ ਹੈ ਉਹ ਬੈਕਅਪ ਦੇ ਰੂਪ ਦੇ ਵਿੱਚ ਖੜ੍ਹਾ ਕਰਦੇ ਸੀਗੇ। ਜੋ ਉਹਨਾਂ ਨਾਲ ਇਸ ਬੈਟਰੀਆਂ ਦੀ ਉਪਲਬਧੀ ਹੈ ਕਿਤੇ ਨਾ ਕਿਤੇ ਜ਼ਿਆਦਾ ਮਾਤਰਾ ਦੇ ਵਿੱਚ ਹੋਊਗੀ, ਉਹ ਜੋ એનર્ਜੀ ਹੈ ਆਪਣੀ ਸਟੋਰ ਕਰਕੇ ਰੱਖਣਗੇ। ਜੇ ਉਹਨਾਂ ਨੂੰ ਲੱਗਦਾ ਵੀ ਕਿਸੇ ਟਾਈਮ ਕਿਸੇ ਘੰਟਿਆਂ ਦੇ ਵਿੱਚ ਸੁਬਾਹ ਸ਼ਾਮ ਦਾ ਜੋ ਲੋਡ ਦਾ ਫਰਕ ਰਹਿੰਦਾ, ਤਾਂ ਉਸ ਲੋਡ ਨੂੰ ਪੂਰਾ ਕਰਨ ਲਈ ਉਹ ਬੈਟਰੀਆਂ ਆਪਣਾ ਹੱਲ ਕੱਢਣਗੀਆਂ, ਉਹ ਕੰਮ ਕਰਨਗੀਆਂ। ਤਾਂ ਕਰਕੇ ਇਹ ਕਿਤੇ ਨਾ ਕਿਤੇ ਰੈਵੋਲੂਸ਼ਨ ਜਦੋਂ ਆਉਂਦੀ ਹੈ, ਨਵੀਂ ਟੈਕਨੋਲੋਜੀ ਆਉਂਦੀ ਹੈ, ਉਹ ਬੈਟਰੀਆਂ ਨੇ ਇਕੱਲੇ ਵਹੀਕਲਾਂ ਦੇ ਵਿੱਚ, ਇਲੈਕਟ੍ਰੀਕਲ ਵਹੀਕਲਾਂ 'ਚ ਨਹੀਂ ਪੈਣਾ। ਉਹ ਬੈਟਰੀਆਂ ਨੇ એનર્ਜੀ ਸਟੋਰ ਕਰ ਰਹੀਆਂ, ਉਹਦਾ ਫੰਕਸ਼ਨੈਲਿਟੀ ਕੀ એનર્ਜੀ ਸਟੋਰ ਕਰ ਰਹੀਆਂ। ਉਹ ਵਿੰਡ એનર્ਜੀ ਨੂੰ ਵੀ ਸਟੋਰ ਕਰਨਗੀਆਂ, ਉਹ ਸੋਲਰ ਪੈਨਲ ਦੀ એનર્ਜੀ ਨੂੰ ਵੀ ਸਟੋਰ ਕਰਨਗੀਆਂ। ਤਾਂ ਕਰਕੇ ਉਹਦਾ ਕਿਤੇ ਨਾ ਕਿਤੇ ਪੂਰੇ ਆਲ ਓਵਰ ਖੇਤਰ ਦੇ ਵਿੱਚ ਉਹਦਾ ਫਰਕ ਪੈਣਾ। ਔਰ ਇੰਡੈਕਸ ਹੈ ਜੋ ਕਿਤੇ ਨਾ ਕਿਤੇ ਪੋਲੂਸ਼ਨ ਦਾ ਬਹੁਤ ਲੋਅਰ ਲੈਵਲ 'ਤੇ ਘਟਦਾ ਸਾਨੂੰ ਨਜ਼ਰ ਆ ਜਾਣਾ ਵੀ ਨੇ ਜੀ। ਓਕੇ ਸਰ, ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਇੰਜੀਨੀਅਰ ਤਰੁਣ ਬਾਂਦਾ ਜੀ ਨੇ ਸਾਨੂੰ ਦਿੱਤੀਆਂ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ, ਪੋਲਿਊਸ਼ਨਸ ਨੂੰ ਲੈ ਕੇ, ਕਿਉਂਕਿ ਟੈਕਨੀਕਲੀ ਇਹ ਕਾਫੀ ਇਹਨਾਂ ਚੀਜ਼ਾਂ ਬਾਰੇ ਸਾਊਂਡ ਨੇ ਔਰ ਇਹਨਾਂ ਨੇ ਉਹਨਾਂ ਲੋਕਾਂ ਲਈ ਬਹੁਤ ਸਾਰੀਆਂ ਜਾਣਕਾਰੀ ਦਿੱਤੀ ਜਿਹੜੇ ਇਲੈਕਟ੍ਰਿਕ ਵਹੀਕਲ ਖਰੀਦਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਜਿਹੜੇ ਬਹੁਤ ਜ਼ਿਆਦਾ ਪੋਲਿਊਟਡ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ। ਅਜਿਹੀਆਂ ਹੋਰ ਜਾਣਕਾਰੀਆਂ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ ਆਪਣੇ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਅੱਜ ਸਾਨੂੰ ਇਜਾਜ਼ਤ ਦਿਓ, ਧੰਨਵਾਦ।